ਨੰਬਰ 6 ਬਹਿਸ ਸ਼ਕਤੀ। ਗਿਆਨੀ ਦਿੱਤ ਸਿੰਘ ਜੀ ਦੇ ਖਿਆਲ ਓਰੀਐਂਟਲ ਕਾਲਜ ਵਿੱਚ ਪ੍ਰੋਫੈਸਰ ਬਣਨ ਦੇ ਸਮੇਂ ਤੱਕ ਸਿੱਖੀ ਵੱਲ ਖਿੱਚੇ ਗਏ ਸਨ। ਇਹ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਦਾ ਅਸਰ ਸੀ, ਪਰੰਤੂ ਫਿਰ ਵੀ ਉਹ ਕੁਝ ਚਿਰ ਭਾਈ ਜਵਾਹਰ ਸਿੰਘ ਜੀ ਨਾਲ ਮਿਲ ਕੇ ਆਰੀਆ ਸਮਾਜ ਦੇ ਕੰਮ ਵਿੱਚ ਇਸ ਲਈ ਦਿਲਚਸਪੀ ਰਹਿੰਦੇ ਰਹੇ ਕਿ ਉਹ ਇਸ ਨੂੰ ਇੱਕ ਸੁਧਾਰਕ ਲਹਿਰ ਸਮਝਦੇ ਸਨ। ਨਹੀਂ ਤਾਂ ਜਿੱਥੋਂ ਤੱਕ ਆਰੀਆ ਸਮਾਜ ਦੀ ਰੂਹਾਨੀ ਫਿਲਾਸਫੀ ਅਤੇ ਅਕੀਦੇ ਦਾ ਸੰਬੰਧ ਹੈ, ਉਹ ਇਸ ਨੂੰ ਨਾ ਕੇਵਲ ਥੋਤਾ ਹੀ ਸਮਝਦੇ ਸਨ, ਸਗੋਂ 1877 ਈਸਵੀ ਵਿੱਚ ਸਵਾਮੀ ਦਇਆਨੰਦ ਨਾਲ ਉਹਨਾਂ ਦੀ ਜਿਹੜੀ ਬਹਿਸ ਹੋਈ, ਇਸ ਵਿੱਚ ਉਹ ਸਵਾਮੀ ਜੀ ਨੂੰ ਝੁਠਲਾ ਵੀ ਚੁੱਕੇ ਸਨ। ਗਿਆਨੀ ਦਿੱਤ ਸਿੰਘ ਜੀ ਦੀ ਬਹਿਸ ਸ਼ਕਤੀ ਬਲਵਾਨ ਸੀ। ਉਹਨਾਂ ਦੇ ਸਾਹਮਣੇ ਕੋਈ ਵੱਡੀ ਤੋਂ ਵੱਡੀ ਹਸਤੀ ਵੀ ਖੜ ਨਹੀਂ ਸੀ ਸਕਦੀ। ਸਵਾਮੀ ਦਇਆਨੰਦ ਜੀ ਅਤੇ ਉਸ ਸਮੇਂ ਦੇ ਬਹੁਤ ਵੱਡੇ ਪੰਡਤ ਸਮਝੇ ਜਾਂਦੇ ਸਨ ਅਤੇ ਉਹਨਾਂ ਨਾਲ ਗਿਆਨੀ ਦਿੱਤ ਸਿੰਘ ਜੀ ਦੀਆਂ 3 ਮਜ਼ਮੂਨਾਂ 'ਤੇ ਬਹਿਸਾਂ ਹੋਈਆਂ। ਨੰਬਰ 1 ਈਸ਼ਵਰ ਤੇ ਸੰਸਾਰ ਦਾ ਕੀ ਸੰਬੰਧ ਹੈ। ਨੰਬਰ 2 ਵੇਦ ਰੱਬੀ ਇਲਹਾਮ ਨਹੀਂ, ਸਗੋਂ ਮਨੁੱਖ ਦੇ ਹੀ ਉਚਾਰੇ ਅਤੇ ਲਿਖੇ ਹਨ। ਅਤੇ ਤੀਜਾ ਮੁਕਤੀ ਕੀ ਹੈ। ਇਹ 3 ਮੁਬਾਹਿਸੇ ਲਾਹੌਰ ਵਿੱਚ ਹੋਏ ਅਤੇ ਇਹਨਾਂ ਤਿੰਨਾਂ ਵਿੱਚ ਹੀ ਸਵਾਮੀ ਦਇਆਨੰਦ ਜਿਹੇ ਪੰਡਤ ਨੂੰ ਨਿਰੁੱਤਰ ਹੋ ਕੇ ਮੈਦਾਨ ਛੱਡਣਾ ਪਿਆ। ਇਹਨਾਂ ਬਹਿਸਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਲਈ ਗਿਆਨੀ ਦਿੱਤ ਸਿੰਘ ਜੀ ਦੀ ਲਿਖਤ ਮੇਰਾ ਔਰ ਸਾਧੂ ਦਇਆਨੰਦ ਕਾ ਸੰਵਾਦ ਪੜ੍ਹੋ। ਗਿਆਨੀ ਦਿੱਤ ਸਿੰਘ ਨਾਲ ਬਹਿਸ ਮੁਬਾਹਿਸੇ ਵਿੱਚ ਕੋਈ ਵੀ ਜਿੱਤ ਨਹੀਂ ਸਕਿਆ। ਉਹਨਾਂ ਦੇ ਪਿਤਾ ਸੰਤ ਦੀਵਾਨ ਸਿੰਘ ਜੀ ਵੀ ਵੱਡੇ ਵਿਦਾਂਤੀ ਪੰਡਤ ਸਨ ਅਤੇ ਗੁਲਾਬਦਾਸੀ ਹੋਣ ਕਰਕੇ ਬਹਿਸ ਮੁਬਾਹਿਸਿਆਂ ਵਿੱਚ ਬੜੇ ਤਾਕ ਸਨ, ਪਰੰਤੂ ਵਡਾਲੀ ਜ਼ਿਲ੍ਹਾ ਅੰਬਾਲਾ ਵਿੱਚ ਆਪਣੇ ਸਪੁੱਤਰ ਨਾਲ ਬਹਿਸ ਕਰਕੇ ਉਹਨਾਂ ਨੂੰ ਵੀ ਗੁਰਮਤਿ ਫਿਲਾਸਫੀ ਅੱਗੇ ਸਿਰ ਨਿਵਾਉਣਾ ਪਿਆ ਸੀ। ਗਿਆਨੀ ਦਿੱਤ ਸਿੰਘ ਜੀ ਦੀ ਤਹਿਰੀਰ ਅਤੇ ਤਕਰੀਰ ਦੋਵੇਂ ਹੀ ਜ਼ਬਰਦਸਤ ਸਨ ਅਤੇ ਕੋਈ ਉਹਨਾਂ ਨਾਲ ਟੱਕਰ ਲੈਣ ਲਈ ਤਿਆਰ ਨਹੀਂ ਸੀ ਹੁੰਦਾ। ਜਦ ਪ੍ਰੋਫੈਸਰ ਗੁਰਮੁਖ ਜੀ ਨੇ ਲਾਹੌਰ ਖਾਲਸਾ ਦੀਵਾਨ ਬਣਾ ਕੇ ਸੋਢੀਆਂ ਤੇ ਬੇਦੀਆਂ ਦੇ ਗੁਰੂਆਂ ਵਿਰੁੱਧ ਜਹਾਦ ਖੜਾ ਕੀਤਾ ਅਤੇ ਅੰਮ੍ਰਿਤਸਰ ਦੀਵਾਨ ਨੇ ਉਹਨਾਂ ਨੂੰ ਪੰਥ ਤੋਂ ਛੇਕਿਆ, ਤਾਂ ਗਿਆਨੀ ਜੀ ਨੇ ਸੁਅੱਪਨ ਨਾਟਕ ਛਾਪ ਕੇ ਅੰਮ੍ਰਿਤਸਰੀ ਦੀਵਾਨ ਦੇ ਮੋਢੀਆਂ ਦੇ ਦੰਦ ਖੱਟੇ ਕਰ ਦਿੱਤੇ ਸਨ। ਕੋਈ ਉੱਤਰ ਨਾ ਅਹੁੜਦਾ ਵੇਖ ਕੇ ਉਹਨਾਂ ਲੋਕਾਂ ਨੇ ਅਦਾਲਤ ਦੀ ਸ਼ਰਨ ਲਈ। ਗਿਆਨੀ ਜੀ ਵਿਰੁੱਧ 1.5 ਸਾਲ ਮੁਕੱਦਮਾ ਚੱਲਿਆ ਅਤੇ ਹੇਠਲੀ ਅਦਾਲਤ ਵਿੱਚੋਂ ਉਹਨਾਂ ਨੂੰ 51 ਰੁਪਏ ਜੁਰਮਾਨਾ ਹੋ ਗਿਆ। ਇਹ ਫੈਸਲਾ ਸ਼ਰਾਰਤੀ ਸੀ, ਇਸ ਲਈ ਗਿਆਨੀ ਜੀ ਨੇ ਇਸ ਨੂੰ ਸੈਸ਼ਨ ਕੋਰਟ ਵਿੱਚ ਚੈਲੰਜ ਕੀਤਾ ਅਤੇ ਆਪਣੇ ਹੱਕ ਵਿੱਚ ਅਜਿਹੀਆਂ ਜ਼ੋਰਦਾਰ ਦਲੀਲਾਂ ਦਿੱਤੀਆਂ ਕਿ ਉਹਨਾਂ ਦਾ ਉੱਤਰ ਵਿਰੋਧੀ ਪੱਖ ਦਾ ਕੋਈ ਵੀ ਵਕੀਲ ਨਾ ਦੇ ਸਕਿਆ, ਜਿਸ ਕਰਕੇ ਆਪ ਬਾਇਜ਼ਦ ਬਰੀ ਹੋ ਗਏ। ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਵੱਡੇ ਦਲੀਲਬਾਜ਼ ਅਤੇ ਹਾਜ਼ਰ ਜਵਾਬ ਸਨ ਅਤੇ ਵੱਡੇ ਸਿਆਣੇ ਉਹਨਾਂ ਦੀ ਤਹਿਰੀਰ ਅਤੇ ਤਕਰੀਰ ਅੱਗੇ ਸਿਰ ਨਿਵਾਉਣ ਲਈ ਮਜਬੂਰ ਹੁੰਦੇ ਸਨ। ਨੰਬਰ 7 ਖਾਲਸਾ ਅਖਬਾਰ ਅਤੇ ਪ੍ਰੈਸ। ਪ੍ਰੋਫੈਸਰ ਗੁਰਮੁਖ ਸਿੰਘ ਨੇ ਸਿੱਖੀ ਪ੍ਰਚਾਰ ਲਈ ਗੁਰਮੁਖੀ ਅਖਬਾਰ 1880 ਵਿੱਚ ਸ਼ੁਰੂ ਕੀਤਾ ਅਤੇ ਉਸ ਦੇ ਪਿੱਛੋਂ ਗੁਰਮਤਿ ਵਿੱਚ ਪੈ ਰਹੀਆਂ ਕੁਰੀਤੀਆਂ ਦੇ ਸੁਧਾਰ ਲਈ ਇੱਕ ਮਹਾਂਵਾਰੀ ਰਿਸਾਲਾ ਵੀ ਜਾਰੀ ਕਰ ਦਿੱਤਾ। ਜਦ ਗਿਆਨੀ ਦਿੱਤ ਸਿੰਘ ਜੀ ਉਹਨਾਂ ਨਾਲ ਮਿਲ ਗਏ ਤਾਂ ਗੁਰਮੁਖੀ ਅਖਬਾਰ ਦੀ ਥਾਂ ਜੋ ਬੰਦ ਹੋ ਚੁੱਕਿਆ ਸੀ, 1883 ਵਿੱਚ ਖਾਲਸਾ ਅਖਬਾਰ ਸ਼ੁਰੂ ਕਰ ਦਿੱਤਾ। ਇਹ ਸਾਰਾ ਉਦਮ ਕੰਵਰ ਬਿਕਰਮ ਸਿੰਘ ਜੀ ਕਪੂਰਥਲਾ ਦੀ ਉਦਾਰਤਾ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਉਦਮ ਨਾਲ ਹੋਇਆ। ਖਾਲਸਾ ਅਖਬਾਰ ਦਾ ਆਪਣਾ ਛਾਪਾਖਾਨਾ ਖਾਲਸਾ ਪ੍ਰੈਸ ਦੇ ਨਾਮ ਹੇਠ ਲਾਇਆ ਗਿਆ। ਇਹ ਅਖਬਾਰ ਅਤੇ ਪ੍ਰੈਸ ਖਾਲਸਾ ਦੀਵਾਨ ਲਾਹੌਰ ਦੀ ਮਲਕੀਅਤ ਸਨ। ਅਖਬਾਰ ਦੇ ਐਡੀਟਰ ਪਹਿਲਾਂ ਭਾਈ ਚੰਡਾ ਸਿੰਘ ਜੀ ਸਨ, ਪਰੰਤੂ ਫਿਰ ਉਸ ਦੀ ਵਾਂਗਡੋਰ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਹੱਥ ਵਿੱਚ ਲੈ ਲਈ। ਆਪਣੀ ਜ਼ੋਰਦਾਰ ਲੇਖਣੀ ਨਾਲ ਸਿੱਖਾਂ ਨੂੰ ਜ਼ਬਰਦਸਤ ਹਲੂਣਾ ਦਿੱਤਾ ਅਤੇ ਵਿਰੋਧੀਆਂ ਨੂੰ ਮੂੰਹ ਤੋੜ ਉੱਤਰ ਦੇਣ ਲੱਗੇ। ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ 2 ਸਰੀਰ ਇੱਕ ਜਾਨ ਸਮਝੇ ਜਾਂਦੇ ਸਨ ਅਤੇ ਕੰਵਰ ਬਿਕਰਮ ਸਿੰਘ ਜੀ ਉਹਨਾਂ ਦੀ ਮਾਇਕ ਤੌਰ ਪਰ ਸਰਪ੍ਰਸਤੀ ਕਰਦੇ ਸਨ। ਪਰ ਜਦ ਸੋਢੀਆਂ ਤੇ ਬੇਦੀਆਂ ਨੇ ਗੁਰੂ ਡੰਮ ਨੂੰ ਦੂਰ ਕਰਨ ਲਈ ਪ੍ਰੋਫੈਸਰ ਗੁਰਮੁਖ ਸਿੰਘ ਨੇ ਜ਼ੋਰਦਾਰ
ਆਵਾਜ਼ ਉਠਾਈ ਤਾਂ ਵਿਰੋਧੀ ਬੜੇ ਘਾਬਰੇ ਅਤੇ ਉਹਨਾਂ ਨੇ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਅਤੇ ਲਾਹੌਰ ਦੀਵਾਨ ਦੇ ਦੂਸਰੇ ਸਿਰਕੱਢ ਸੱਜਣਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਪ੍ਰੋਫੈਸਰ ਗੁਰਮੁਖ ਸਿੰਘ ਇੰਨੀ ਦਿਨੀ ਸੁਧਾਰਕ ਰਿਸਾਲਾ ਛਾਪਦੇ ਸਨ। 1886 ਈਸਵੀ ਦੇ ਅਗਸਤ ਸਾਵਣ ਮਹੀਨੇ ਦੇ ਪਰਚੇ ਵਿੱਚ ਬਾਬਾ ਖੇਮ ਸਿੰਘ ਜੀ ਬੇਦੀ ਦੇ ਦੀਵਾਨਾਂ ਵਿੱਚ ਗੁਰੂਆਂ ਵਾਂਗ ਤੱਕੀਆਂ ਲਾ ਕੇ ਬਹਿਣ ਅਤੇ ਹੋਰ ਮਨਮਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਬਾਬਾ ਖੇਮ ਸਿੰਘ ਜੀ ਉਸ ਸਮੇਂ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਸਨ। ਰਾਜਾ ਸਾਹਿਬ ਫਰੀਦਕੋਟ ਅਤੇ ਹੋਰ ਵੱਡੇ ਸਰਦਾਰ ਉਹਨਾਂ ਦੀ ਪਿੱਠ ਪਰ ਸਨ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੇ ਪੁਜਾਰੀ ਅਤੇ ਪ੍ਰਬੰਧਕ ਉਹਨਾਂ ਦੇ ਹੱਥ ਹੇਠਾਂ ਸਨ। ਇਸ ਲਈ ਉਹਨਾਂ ਪਰ ਜ਼ੋਰ ਦੇ ਕੇ ਉਹਨਾਂ ਨੇ ਸੱਤ ਚੇਤਰ ਸੰਮਤ 418 ਨਾਨਕਸ਼ਾਹੀ ਮੁਤਾਬਕ 17 ਮਾਰਚ 1887 ਈਸਵੀ ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਬਾਬਾ ਅਟੱਲ, ਝੰਡਾ ਬੁੰਗਾ ਅਤੇ ਸ਼ਹੀਦ ਬੁੰਗਾ ਦੇ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਦਸਤਕਾਂ ਹੇਠ ਇੱਕ ਐਲਾਨ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ। ਐਲਾਨ ਵਿੱਚ ਲਿਖਿਆ ਕਿ ਗੁਰਮੁਖ ਸਿੰਘ ਪੰਥ ਤੋਂ ਅਲਹਿਦਾ ਕੀਤਾ ਗਿਆ ਹੈ। ਕਿਸੇ ਗੁਰਦੁਆਰੇ ਉਸ ਦੀ ਅਰਦਾਸ ਨਹੀਂ ਹੋਵੇਗੀ ਅਤੇ ਜਿਹੜਾ ਉਸ ਨਾਲ ਵਰਤੇਗਾ ਉਸ ਨੂੰ ਵੀ ਤਨਖਾਹੀਆ ਸਮਝਿਆ ਜਾਵੇਗਾ ਅਤੇ ਉਸ ਤਰ੍ਹਾਂ ਸਲੂਕ ਕੀਤਾ ਜਾਵੇਗਾ। ਪ੍ਰੋਫੈਸਰ ਗੁਰਮੁਖ ਸਿੰਘ ਜੀ ਵਿਰੁੱਧ ਇਹ ਕਾਰਵਾਈ ਉਹਨਾਂ ਦੇ ਸਰਪ੍ਰਸਤ ਕੰਵਰ ਬਿਕਰਮ ਸਿੰਘ ਆਫ ਕਪੂਰਥਲਾ ਦੀ ਮੌਤ ਤੋਂ ਝੱਟ-ਪੱਟ ਪਿੱਛੋਂ ਕੀਤੀ ਗਈ। ਕੰਵਰ ਸਾਹਿਬ ਦਾ ਸਿੱਖ ਪੰਥ ਵਿੱਚ ਇਤਨਾ ਅਸਰ ਰਸੂਖ ਸੀ ਕਿ ਸੋਢੀ ਬੇਦੀ ਤੇ ਉਹਨਾਂ ਦੇ ਵੱਡੇ ਹਮੈਤੀ ਉਹਨਾਂ ਤੋਂ ਦਬਦੇ ਸਨ ਤੇ ਉਹਨਾਂ ਦੇ ਜੀਵਨ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਵਿਰੁੱਧ ਕੋਈ ਸਖਤ ਕਦਮ ਚੁੱਕਣ ਦਾ ਹੌਸਲਾ ਨਹੀਂ ਸਨ ਕਰ ਸਕਦੇ। ਪੁਜਾਰੀਆਂ ਤੇ ਗ੍ਰੰਥੀਆਂ ਵੱਲੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਤਨਖਾਹੀਆ ਕਰਾਰ ਦਿਵਾਉਣ ਦੇ ਪਿੱਛੋਂ ਖਾਲਸਾ ਦੀਵਾਨ ਅੰਮ੍ਰਿਤਸਰ ਦਾ ਇੱਕ ਜਲਸਾ ਬੁਰਜ ਗਿਆਨੀਆਂ ਵਿੱਚ ਹੋਇਆ ਤੇ ਉਸ ਵਿੱਚ ਵੀ 40 ਇਲਜ਼ਾਮ ਲਾ ਕੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਪੰਥ ਤੋਂ ਖਾਰਜ ਕੀਤਾ ਗਿਆ। ਇਸ ਜਲਸੇ ਵਿੱਚ ਲਾਹੌਰ ਦੀਵਾਨ ਦੇ ਜਿਹੜੇ ਹਾਮੀ ਸ਼ਾਮਲ ਹੋਏ ਉਹਨਾਂ ਦੀ ਇੱਕ ਨਾ ਸੁਣੀ ਗਈ ਅਤੇ ਰੌਲੇ ਗੌਲੇ ਵਿੱਚ ਮਤਾ ਪਾਸ ਕਰਨ ਦਾ ਐਲਾਨ ਕਰ ਦਿੱਤਾ। ਗਿਆਨੀ ਦਿੱਤ ਸਿੰਘ ਜੀ ਨੇ ਇਸ ਪਰ 16 ਅਪ੍ਰੈਲ 1887 ਈਸਵੀ ਨੂੰ ਆਪਣੇ ਖਾਲਸਾ ਅਖਬਾਰ ਦਾ ਲਾਹੌਰ ਦਾ ਜਾਮੀਮਾ ਛਾਪਿਆ। ਇਸ ਜਮੀਮੇ ਵਿੱਚ ਸਵੱਪਨ ਨਾਟਕ ਦਾ ਇੱਕ ਹਿੱਸਾ ਛਾਪਿਆ ਜਿਸ ਵਿੱਚ ਹੰਕਾਰ ਅਤੇ ਪਖੰਡ ਦੀ ਸੱਚ ਤੇ ਸੁਹਿਰਦ ਨਾਲ ਕਲਪਤ ਲੜਾਈ ਦਾ ਵਰਣਨ ਸੀ। ਇਸ ਨੂੰ ਖੜ ਕੇ ਰਾਜਾ ਸਾਹਿਬ ਫਰੀਦਕੋਟ ਅਤੇ ਬਾਬਾ ਖੇਮ ਸਿੰਘ ਬੇਦੀ ਪੜ੍ਹ ਕੇ ਰਾਜਾ ਸਾਹਿਬ ਫਰੀਦਕੋਟ ਅਤੇ ਬਾਬਾ ਖੇਮ ਸਿੰਘ ਜੀ ਬੇਦੀ ਬੜੇ ਦੁਖੀ ਹੋਏ। ਉਹਨਾਂ ਸਮਝਿਆ ਇਹ ਚੋਟਾਂ ਉਹਨਾਂ ਪਰ ਹੀ ਕੀਤੀਆਂ ਗਈਆਂ ਹਨ। ਉਹਨਾਂ ਦੇ ਹੱਤਕ ਇੱਜ਼ਤ ਦਾ ਦਾਅਵਾ ਕਰਨ ਲਈ ਭਾਈ ਜੀ ਨੂੰ ਨੋਟਿਸ ਦੇ ਦਿੱਤਾ ਗਿਆ। ਭਾਈ ਜੀ ਨੇ ਇਸ ਉੱਤਰ ਵਿੱਚ ਲਿਖਿਆ ਕਿ ਉਹਨਾਂ ਨੇ ਇਸ ਲੇਖ ਵਿੱਚ ਕਿਸੇ ਪਰ ਚੋਟ ਨਹੀਂ ਕੀਤੀ। ਜਿਸ ਤਰ੍ਹਾਂ ਪ੍ਰਬੋਧ ਚੰਦਰ ਨਾਟਕ ਵਿੱਚ ਵਿਵੇਕ ਤੇ ਸੱਚ ਦੀ ਕਲਪਤ ਲੜਾਈ ਵਿਖਾਈ ਗਈ ਹੈ, ਉਸੇ ਤਰ੍ਹਾਂ ਇਸ ਵਿੱਚ ਹੰਕਾਰ, ਦੰਭ ਦੀ ਸੱਤ ਅਤੇ ਸੁਹਿਰਦ ਨਾਲ ਕਲਪਤ ਲੜਾਈ ਹੈ। ਭਾਈ ਜੀ ਦੇ ਇਸ ਉੱਤਰ ਵਿੱਚ ਰਾਜਾ ਸਾਹਿਬ, ਬਾਬਾ ਖੇਮ ਸਿੰਘ ਜੀ ਬੇਦੀ ਅਤੇ ਉਹਨਾਂ ਦੇ ਸਾਥੀਆਂ ਦੀ ਤਸੱਲੀ ਤੇ ਦਿਲਸਫੀ ਨਾ ਹੋਈ ਅਤੇ ਉਹਨਾਂ ਨੇ ਰਿਆਸਤ ਫਰੀਦਕੋਟ ਦੇ ਇੱਕ ਮੁਲਾਜ਼ਮ ਬਾਵਾ ਉਦੈ ਸਿੰਘ ਪਾਸੋਂ ਗਿਆਨੀ ਦਿੱਤ ਸਿੰਘ ਜੀ ਵਿਰੁੱਧ ਦਾਅਵਾ ਕਰਵਾ ਦਿੱਤਾ, ਜਿਸ ਦਾ ਖਰਚ ਉਹ ਆਪ ਦਿੰਦੇ ਸਨ। ਮੁਕੱਦਮਾ 1.5 ਸਾਲ ਚੱਲਦਾ ਰਿਹਾ ਅਤੇ ਆਖਰ ਹੇਠਲੀ ਅਦਾਲਤ ਨੇ ਗਿਆਨੀ ਜੀ ਨੂੰ 51 ਰੁਪਏ ਜੁਰਮਾਨਾ ਕਰ ਦਿੱਤਾ, ਜੋ ਸੈਸ਼ਨ ਕੋਰਟ ਵਿੱਚ ਅਪੀਲ ਨਾਲ ਜਾਂਦਾ ਰਿਹਾ ਅਤੇ ਗਿਆਨੀ ਜੀ ਨੇ ਮੁਕੱਦਮਾ ਜਿੱਤ ਲਿਆ। ਇਸ ਮੁਕੱਦਮੇ 'ਚ ਗਿਆਨੀ ਦਿੱਤ ਸਿੰਘ ਜੀ ਲਾਹੌਰ ਦਰਬਾਰ ਦੀ ਆਰਥਿਕ ਹਾਲਤ ਨੂੰ ਬੜੀ ਸੱਟ ਵੱਜੀ। ਭਾਵੇਂ ਸਰਦਾਰ ਅਤਰ ਸਿੰਘ ਜੀ ਭਦੌੜ ਨੇ ਉਹਨਾਂ ਦੀ ਕੁਝ ਮਾਲੀ ਸਹਾਇਤਾ ਵੀ ਕੀਤੀ, ਪਰੰਤੂ ਫਿਰ ਵੀ ਇਸ ਝਗੜੇ ਦਾ ਨਤੀਜਾ 1887 ਵਿੱਚ ਖਾਲਸਾ ਅਖਬਾਰ ਤੇ ਪ੍ਰੈਸ ਬੰਦ ਕਰਨਾ ਪਿਆ। ਪਰੰਤੂ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਦੋਵੇਂ ਹੀ ਦਿਲ ਛੱਡਣ ਵਾਲੇ ਨਹੀਂ ਸਨ। ਉਹਨਾਂ ਨੇ ਅਖਬਾਰ ਤੇ ਪ੍ਰੈਸ ਮੁੜ ਜਾਰੀ ਕਰਨ ਲਈ ਯਤਨ ਜਾਰੀ ਰੱਖੇ ਅਤੇ ਭਾਈ ਕਾਹਨ ਸਿੰਘ ਜੀ ਦੀ ਸਹਾਇਤਾ ਨਾਲ ਨਾਭਾ ਨਰੇਸ਼ ਤੋਂ ਕੁਝ ਮਾਇਕ ਮਦਦ ਲੈ ਕੇ 1 ਮਈ 1893 ਤੋਂ ਖਾਲਸਾ ਅਖਬਾਰ ਅਤੇ 1895 ਤੋਂ ਖਾਲਸਾ ਪ੍ਰੈਸ ਮੁੜ ਚਾਲੂ ਕਰ ਦਿੱਤਾ। ਇਸ ਤੋਂ ਪਿੱਛੋਂ ਇਹ ਅਖਬਾਰ ਅਤੇ ਪ੍ਰੈਸ ਉਹਨਾਂ ਦੀ ਮੌਤ ਤੋਂ 3 ਸਾਲ ਪਿੱਛੋਂ ਤੱਕ ਚੱਲਦੇ ਰਹੇ। ਖਾਲਸਾ ਅਖਬਾਰ ਦੁਆਰਾ ਗਿਆਨੀ ਦਿੱਤ ਸਿੰਘ ਜੀ ਨੇ ਹੇਠ ਲਿਖੇ ਸੁਧਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਨੰਬਰ 1, ਖਾਲਸਾ ਕੌਮ ਦੇ ਪੋਪਾਂ ਨੂੰ ਡਰ ਅਤੇ ਦਸਮ ਗੁਰੂ ਜੀ ਦੇ ਸਿੰਘਾਂ ਨੂੰ ਹੁਲਾਸ ਅਤੇ ਦ੍ਰਿੜਤਾ ਦਿਵਾਈ। ਗੁਰੂ ਜੀ ਦੇ ਸਿੰਘ ਖੁਦ ਗਰਜਾਂ ਵਿੱਚੋਂ ਨਿਤਾਰੇ। ਮੁਕੰਮਲ ਇਤਿਹਾਸ ਸਿੰਘ ਸਭਾ ਲਿਖਤ ਡਾਕਟਰ ਜਗਜੀਤ ਸਿੰਘ ਪੰਨਾ ਨੰਬਰ 38। ਨੰਬਰ 2, ਜਨਮ ਸੰਸਕਾਰ ਗੁਰਮਤਿ ਅਨੁਸਾਰ ਸ਼ੁਰੂ ਕਰਵਾਉਣ ਦੀ ਸਫਲਤਾ ਪ੍ਰਾਪਤ ਕੀਤੀ। ਵਿਵਾਹ ਗੁਰਮਤਿ ਅਨੁਸਾਰ ਹੋਣ ਲੱਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਅਤੇ ਪ੍ਰੀਤੀ ਵਧਾਈ। ਸ੍ਰੀ ਦਰਬਾਰ ਸਾਹਿਬ ਦਰਸ਼ਨੀ ਡਿਉੜੀ ਵਿੱਚੋਂ ਮੂਰਤੀਆਂ ਲੱਗਣੀਆਂ ਹਟਾ ਕੇ ਮੂਰਤੀ ਪੂਜਾ ਅਤੇ ਬੁੱਤ ਪੂਜਾ ਦਾ ਖਾਤਮਾ ਕਰਵਾਇਆ। ਦੀਵਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਗੁਰੂਆਂ ਵਾਂਗ ਗਦੈਲੇ ਲੱਗਣੇ ਬੰਦ ਕਰਾ ਕੇ ਗੁਰੂ ਡੰਮ ਅਤੇ ਪਖੰਡ ਦਾ ਖਾਤਮਾ ਕੀਤਾ। ਨੰਬਰ 8, ਖਾਲਸਾ ਕਾਲਜ। ਆਰੀਆ ਸਮਾਜ ਦੀ ਲਹਿਰ ਚੱਲੀ ਤਾਂ ਪੰਜਾਬ ਦੇ ਸਿਆਣੇ ਸਿੱਖ ਇਸ ਆਸ ਨਾਲ ਉਸ ਦੇ ਨਾਲ ਹੋ ਗਏ ਜੋ ਇਹ ਸਿੱਖ ਗੁਰੂ ਸਾਹਿਬਾਨ ਤੇ ਪੂਰਨਿਆਂ ਪਰ ਚੱਲੇਗੀ। ਮਹਾਰਾਜਾ ਹੀਰਾ ਸਿੰਘ ਜੀ ਨਾਭਾ, ਸਰਦਾਰ ਬਿਕਰਮ ਸਿੰਘ ਜੀ ਆਹਲੂਵਾਲੀ ਅਤੇ ਭਾਈ ਜਵਾਹਰ ਸਿੰਘ ਕਪੂਰ ਜਿਹੇ ਸਿਰਕਰਦਾ ਸਿੱਖਾਂ ਨੇ ਸਵਾਮੀ ਦਇਆਨੰਦ ਜੀ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦੀ ਇੱਛਾ ਅਨੁਸਾਰ ਕੰਮ ਕਰਨਾ ਪ੍ਰਵਾਨ ਕਰ ਲਿਆ। ਭਾਈ ਜਵਾਹਰ ਸਿੰਘ ਤਾਂ ਆਰੀਆ ਸਮਾਜ ਅਤੇ DAV ਕਾਲਜ ਕੌਂਸਲ ਲਾਹੌਰ ਦੇ ਸਕੱਤਰ ਵੀ ਬਣ ਗਏ ਅਤੇ ਪੰਜਾਬ ਵਿੱਚ ਆਰੀਆ ਸਮਾਜ ਅਤੇ ਉਸਦੇ ਵਿਦਿਅਕ ਆਸ਼ਰਮਾਂ ਨੂੰ ਤਕੜਿਆਂ ਕਰਨ ਲਈ ਬਹੁਤ ਭਾਰੀ ਰਕਮ ਉਗਰਾ ਕੇ ਦਿੱਤੀ। ਆਰੀਆ ਸਮਾਜ ਪ੍ਰਤੀ ਸਿੱਖਾਂ ਦੀ ਆਸ਼ਾ ਛੇਤੀ ਹੀ ਨਿਰਾਸ਼ਾ ਵਿੱਚ ਬਦਲ ਗਈ। ਉਹਨਾਂ ਨੂੰ ਸਤਿਆਰਥ ਪ੍ਰਕਾਸ਼ ਵਿੱਚੋਂ ਸਿੱਖ ਗੁਰੂ ਸਾਹਿਬਾਨ ਵਿਰੁੱਧ ਇਤਰਾਜ਼ਯੋਗ ਕਲਮੇ ਵੇਖ ਕੇ ਦੁੱਖ ਹੋਇਆ ਤੇ ਉਹ ਸੋਚਾਂ ਵਿੱਚ ਪੈ ਗਏ ਕਿ ਉਹ ਆਰੀਆ ਸਮਾਜ ਦਾ ਸਾਥ ਦੇਣ ਵਿੱਚ ਕਿੱਥੋਂ ਤੱਕ ਠੀਕ ਹਨ। ਪਿੱਛੋਂ ਜਦ ਆਰੀਆ ਸਮਾਜੀ ਪ੍ਰਚਾਰਕਾਂ ਨੇ ਖੁੱਲ੍ਹਮ ਖੁੱਲ੍ਹਾ ਸਿੱਖ ਗੁਰੂ ਸਾਹਿਬਾਨ ਦੀ ਹੱਤਕ ਕਰਨੀ ਸ਼ੁਰੂ ਕਰ ਦਿੱਤੀ ਤੇ ਸਿੱਖਾਂ, ਆਰੀਆ ਸਮਾਜੀ, ਈਸਾਈ ਅਤੇ ਹੋਰ ਵਿਦਿਅਕ ਆਸ਼ਰਮਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਸਿੱਖੀ ਤੋਂ ਡੇਗਣ ਦੇ ਯਤਨ ਸ਼ੁਰੂ ਹੋ ਗਏ। ਇਹ ਵੇਖ ਕੇ ਭਾਈ ਦਿੱਤ ਸਿੰਘ ਜੀ ਪਾਸੋਂ ਸਹਾਰਾ ਨਾ ਹੋ ਸਕਿਆ। ਉਹਨਾਂ ਨੇ ਆਪਣੀ ਜ਼ੋਰਦਾਰ ਲੇਖਣੀ ਤੇ ਧੜੱਲੇਦਾਰ ਵਿਖਿਆਨਾਂ ਵਿੱਚ ਸਿੱਖ ਪੰਥ ਨੂੰ ਹਿਲਾਉਣਾ ਦਿੱਤਾ। ਉਹਨਾਂ ਦੀ ਇਸ ਹਿੰਮਤ ਦਾ ਨਤੀਜਾ ਇੱਕ ਤਾਂ ਸਿੰਘ ਸਭਾ ਲਹਿਰ ਅਤੇ ਆਪਣੇ ਪੂਰੇ ਜੋਬਨ ਵਿੱਚ ਆ ਗਈ ਅਤੇ ਦੂਸਰਾ ਸਿੱਖ ਸਰਦਾਰਾਂ ਦੇ ਦਿਲ ਵਿੱਚ ਬੈਠ ਗਈ ਕਿ ਸਿੱਖੀ ਨੂੰ ਬਚਾਉਣ ਲਈ ਸਿੱਖ ਵਿਦਿਅਕ ਆਸ਼ਰਮਾਂ ਦਾ ਜਾਰੀ ਕਰਨਾ ਬਹੁਤ ਜ਼ਰੂਰੀ ਹੋ ਗਿਆ। ਖਾਲਸਾ ਕਾਲਜ ਕਾਇਮ ਕਰਨ ਦਾ ਖਿਆਲ ਵੀ ਸਭ ਤੋਂ ਪਹਿਲਾਂ ਭਾਈ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਹੀ ਫੁਰਿਆ ਸੀ। ਉਹਨਾਂ ਨੇ ਖਿਆਲ ਕਪੂਰਥਲੇ ਕੰਵਰ ਬਿਕਰਮ ਸਿੰਘ ਜੀ ਆਹਲੂਵਾਲੀਏ, ਹੋਰ ਨਿੱਜੀ ਮਿੱਤਰਾਂ ਅਤੇ ਸਰ ਅਤਰ ਸਿੰਘ ਜੀ ਭਦੌੜ ਅੱਗੇ ਰੱਖਿਆ। ਉਹ ਇਸ ਨੂੰ ਅਮਲੀ ਰੂਪ ਦੇਣ ਲਈ ਰਾਜੀ ਹੋ ਗਏ। ਹੌਲੀ ਹੌਲੀ ਇਹ ਕੰਮ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਲਾਹੌਰ ਸਭਾ ਵੀ ਉਸ ਸਮੇਂ ਇਸ ਦੀਵਾਨ ਦੀ ਬ੍ਰਾਂਚ ਦੇ ਤੌਰ ਪਰ ਕੰਮ ਕਰ ਰਹੀ ਸੀ। ਇਸ ਲਈ ਅੰਮ੍ਰਿਤਸਰ ਦੀਵਾਨ ਸਿੱਖ ਪੰਥ ਦੀ ਪ੍ਰਤੀਨਿਧ ਜਥੇਬੰਦੀ ਸਮਝਿਆ ਜਾਂਦਾ ਸੀ। 5 ਹਾੜ ਸੰਮਤ 1883 ਬਿਕਰਮੀ ਨੂੰ ਅੰਮ੍ਰਿਤਸਰ ਦੀਵਾਨ ਵੱਲੋਂ ਲਾਲਾ ਸੰਤ ਰਾਮ ਦੀ ਕੋਠੀ ਇੱਕ ਮੀਟਿੰਗ ਸੱਦੀ ਗਈ। ਉਸ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਕੰਮ ਲਈ ਸਿੱਖ ਰਿਆਸਤਾਂ ਤੇ ਬਾਬਾ ਖੇਮ ਸਿੰਘ ਬੇਦੀ ਦੀ ਹਮਾਇਤ ਅਤੇ ਸਹਾਇਤਾ ਪ੍ਰਾਪਤ ਕੀਤੀ ਜਾਵੇ। ਇਸ ਦੇ ਛੇਤੀ ਹੀ ਪਿੱਛੋਂ ਲਾਹੌਰ ਦੇ ਲਾਰੈਂਸ ਹਾਲ ਵਿੱਚ ਪ੍ਰਤੀਨਿਧ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਬਾਬਾ ਖੇਮ ਸਿੰਘ ਜੀ ਬੇਦੀ, ਕੰਵਰ ਬਿਕਰਮ ਸਿੰਘ, ਕਪਤਾਨ ਗੁਲਾਬ ਸਿੰਘ ਅਟਾਰੀ ਤੇ ਦਰਬਾਰ ਸਾਹਿਬ ਦੇ ਸਰਬਰਾਹ ਸਰਦਾਰ ਮਾਨ ਸਿੰਘ ਵੀ ਸ਼ਾਮਲ ਹੋਏ। ਇਹ ਮੀਟਿੰਗ ਹੀ ਖਾਲਸਾ ਕਾਲਜ ਦੀ ਜਨਮਦਾਤੀ ਕਹੀ ਜਾ ਸਕਦੀ ਹੈ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਇੱਕ ਮੈਮੋਰੈਂਡਮ ਭੇਜਿਆ ਗਿਆ ਅਤੇ ਕਾਲਜ ਕੌਂਸਲ ਦਾ ਆਇਨ ਤਿਆਰ ਹੋ ਗਿਆ। ਬਾਬਾ ਖੇਮ ਸਿੰਘ ਜੀ ਬੇਦੀ ਪ੍ਰਧਾਨ ਬਣਾਏ ਗਏ। ਚੀਫ ਸੈਕਟਰੀ ਦੇ ਅਹੁਦੇ ਲਈ ਅੰਮ੍ਰਿਤਸਰ ਤੇ ਲਾਹੌਰ ਦੇ ਵੱਖ-ਵੱਖ ਪ੍ਰਤੀਨਿਧ ਸ਼ਾਮਲ ਸਨ ਅਤੇ ਇਸ ਮੁਕਾਬਲੇ ਨੇ ਹੀ ਸੁਤੰਤਰ ਲਾਹੌਰ ਦੀਵਾਨ ਨੂੰ ਜਨਮ ਦਿੱਤਾ। ਕੁਝ ਚਿਰ ਲਈ ਗਿਆਨੀ ਦਿੱਤ ਸਿੰਘ ਜੀ ਦੇ ਪਿਆਰੇ ਮਿੱਤਰ ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਅੰਮ੍ਰਿਤਸਰ ਦੀਵਾਨ ਦੇ ਉਮੀਦਵਾਰ ਭਾਈ ਗਣੇਸ਼ਾ ਸਿੰਘ ਜੀ ਦੋਵੇਂ ਹੀ ਜਨਰਲ ਸਕੱਤਰ ਬਣੇ ਰਹੇ। ਇਸ ਖਿੱਚੋਤਾਣ ਦਾ ਨਤੀਜਾ ਸਿੱਖਾਂ ਵਿੱਚ 2 ਧੜੇ ਹੋ ਗਏ। ਇੱਕ ਦੇ ਲੀਡਰ ਬਾਬਾ ਖੇਮ ਸਿੰਘ ਜੀ ਬੇਦੀ ਅਤੇ ਦੂਸਰੇ ਸਰਦਾਰ ਅਤਰ ਸਿੰਘ ਜੀ ਭਦੌੜ ਸਨ। ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਸਰਦਾਰ ਸਰ ਅਤਰ ਸਿੰਘ ਦੇ ਹਾਮੀ ਸਨ। ਅੰਮ੍ਰਿਤਸਰ ਖਾਲਸਾ ਦੀਵਾਨ ਕਾਲਜ ਲਈ ਕੋਈ ਠੋਸ ਕੰਮ ਨਾ ਕਰ ਸਕਿਆ। ਆਖਰ ਲਾਹੌਰ ਦੀਵਾਨ ਨੇ ਇਸ ਕੰਮ ਨੂੰ ਸਖਤੀ ਨਾਲ ਆਪਣੇ ਹੱਥਾਂ ਵਿੱਚ ਲੈ ਲਿਆ। 22 ਫਰਵਰੀ 1890 ਨੂੰ ਸਰਦਾਰ
ਸਰ ਅਤਰ ਸਿੰਘ ਜੀ ਭਦੌੜ ਦੀ ਰਹਿਨੁਮਾਈ ਵਿੱਚ ਲਾਹੌਰ ਵਿੱਚ ਇੱਕ ਉਚੇਚੀ ਇਕੱਤਰਤਾ ਸੱਦੀ ਗਈ ਅਤੇ ਉਸ ਵਿੱਚ ਖਾਲਸਾ ਕਾਲਜ ਦੀ ਸਕੀਮ ਨੂੰ ਅਮਲੀ ਰੂਪ ਮਾਇਆ ਇਕੱਤਰ ਕਰਨ ਅਤੇ ਹੋਰ ਮੁੱਢਲੇ ਕੰਮ ਨਜਿੱਠਣ ਲਈ ਹੇਠ ਲਿਖੇ ਅਨੁਸਾਰ ਇੱਕ ਸਬ ਕਮੇਟੀ ਬਣਾਈ ਗਈ। ਪ੍ਰਧਾਨ ਕਰਨਲ ਹਾਲਰਾਈਡ, ਮੀਤ ਪ੍ਰਧਾਨ ਸਰਦਾਰ ਸਰ ਅਤਰ ਸਿੰਘ ਭਦੌੜ, ਸੈਕਟਰੀ ਮਿਸਟਰ W. ਬੈਲ, ਸੈਕਟਰੀ ਮਿਸਟਰ W. ਬੈਲ, ਜਾਇੰਟ ਸੈਕਟਰੀ ਸ੍ਰੀ ਦਲੀਪ ਸਿੰਘ, ਅਸਿਸਟੈਂਟ ਸੈਕਟਰੀ ਭਾਈ ਸੋਭਾ ਸਿੰਘ ਅਤੇ ਭਾਈ ਹਰਭਗਤ ਸਿੰਘ। ਹੇਠ ਲਿਖੇ ਸੱਜਣ ਖਾਲਸਾ ਕਾਲਜ ਫੰਡ ਦੇ ਟਰੱਸਟੀ ਨਿਯੁਕਤ ਕੀਤੇ ਗਏ। ਸਰਦਾਰ ਸਰ ਅਤਰ ਸਿੰਘ ਭਦੌੜ, ਸਰਦਾਰ ਪ੍ਰਤਾਪ ਸਿੰਘ ਪ੍ਰਧਾਨ ਮੰਤਰੀ ਨਾਭਾ, ਸਰਦਾਰ ਗੁਰਦਿਆਲ ਸਿੰਘ ਮੁਨਸ਼ੀਆ, ਦੀਵਾਨ ਗੁਰਮੁਖ ਸਿੰਘ ਪਟਿਆਲਾ, ਰਾਏ ਸਾਹਿਬ ਸਰਦਾਰ ਧਰਮ ਸਿੰਘ ਸੋਹਣ, ਮਿਸਟਰ W. ਬੈਲ। ਇਸ ਮੀਟਿੰਗ ਦੇ ਵਿੱਚ ਹੀ ਫੰਡ ਇਕੱਤਰ ਕਰਨ ਲਈ ਇੱਕ ਮੁਹਿੰਮ ਆਰੰਭ ਹੋ ਗਈ ਅਤੇ ਉੱਥੇ ਹੀ ਕਈ ਹਜ਼ਾਰ ਰੁਪਏ ਦੇ ਇਕਰਾਰ ਹੋ ਗਏ। ਇਹ ਸਾਰੀ ਕਾਰਵਾਈ ਗਿਆਨੀ ਦਿੱਤ ਸਿੰਘ ਜੀ ਦੀ ਸਲਾਹ ਮਸ਼ਵਰੇ ਨਾਲ ਹੋ ਰਹੀ ਸੀ। ਗਿਆਨੀ ਦਿੱਤ ਸਿੰਘ ਜੀ ਦੀ ਜੀਵਨੀ ਤੇ ਇਹ ਗੱਲ ਪ੍ਰਗਟ ਹੋ ਜਾਂਦੀ ਹੈ ਕਿ ਉਹ ਅਹੁਦਿਆਂ 'ਤੇ ਭੁੱਖੇ ਨਹੀਂ ਸਨ, ਸਗੋਂ ਹਮੇਸ਼ਾ ਹੀ ਅਹੁਦੇ ਸੰਭਾਲਣ ਤੋਂ ਕੰਨੀ ਕਤਰਾਉਂਦੇ ਸਨ। ਨਹੀਂ ਤਾਂ ਪੰਥ ਵਿੱਚ ਉਸ ਸਮੇਂ ਉਹ ਸਭ ਤੋਂ ਸਤਿਕਾਰਯੋਗ ਹਸਤੀ ਮੰਨੇ ਗਏ ਹਨ। ਖਾਲਸਾ ਕਾਲਜ ਦੀ ਕਾਇਮੀ ਵਿੱਚ ਗਿਆਨੀ ਦਿੱਤ ਸਿੰਘ ਜੀ ਦਾ ਕਿਤਨਾ ਹੱਥ ਸੀ, ਇਸ ਦਾ ਪਤਾ ਇਸ ਗੱਲ 'ਤੇ ਹੀ ਲੱਗ ਜਾਂਦਾ ਹੈ ਕਿ ਆਪ ਲਾਹੌਰ ਦੀਵਾਨ ਦੀ ਜਿੰਦ ਜਾਨ ਸਨ ਅਤੇ ਲਾਹੌਰ ਦੀਵਾਨ ਖਾਲਸਾ ਕਾਲਜ ਦਾ ਜਨਮਦਾਤਾ ਸਾਬਤ ਹੋਇਆ। ਨਾ ਕੇਵਲ ਸਬ ਕਮੇਟੀ ਵਿੱਚ ਹੀ ਉਹਨਾਂ ਦੇ ਆਦਮੀ ਸਨ, ਸਗੋਂ ਫੰਡ ਇਕੱਤਰ ਕਰਨ ਲਈ ਸਿੱਖ ਰਾਜਿਆਂ ਪਾਸ ਜਿਹੜਾ ਡੈਪੂਟੇਸ਼ਨ ਗਿਆ, ਉਸ ਦੀ ਅਗਵਾਈ ਵੀ ਗਿਆਨੀ ਜੀ ਦੇ ਗੂੜੇ ਮਿੱਤਰ ਅਤੇ ਗੁਰ ਭਾਈ ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਸਰਦਾਰ ਜਵਾਹਰ ਸਿੰਘ ਜੀ ਕਪੂਰ ਨੇ ਕੀਤੀ ਅਤੇ ਲੱਖਾਂ ਰੁਪਏ ਦੀ ਰਕਮ ਇਕੱਤਰ ਕਰਕੇ ਸਿੱਖ ਪੰਥ ਦੇ ਇਹ ਸਭ ਤੋਂ ਵੱਡੇ ਕੌਮੀ ਆਸ਼ਰਮ ਨੂੰ ਪੱਕਿਆਂ ਪੈਰਾਂ 'ਤੇ ਚਾਲੂ ਕੀਤਾ। ਗਿਆਨੀ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਇਸ ਉਪਕਾਰ ਨੂੰ ਸਿੱਖ ਜਗਤ ਕਦੇ ਨਹੀਂ ਭੁੱਲ ਸਕਦਾ। ਖਾਲਸਾ ਕਾਲਜ ਦੀ ਥਾਂ ਚੋਣ ਲਈ ਵੀ ਕੁਝ ਮਤਭੇਦ ਪੈਦਾ ਹੋ ਗਏ। ਗਿਆਨੀ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਚਾਹ ਸੀ ਕਿ ਕਾਲਜ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਅੰਮ੍ਰਿਤਸਰ ਵਿੱਚ ਬਣੇ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੀ ਅੰਮ੍ਰਿਤਸਰ ਦੀ ਹਮਾਇਤ ਕੀਤੀ ਅਤੇ ਸਰਦਾਰ ਸਰ ਅਤਰ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਜੁਮੇ ਥਾਂ ਚੁਣਨ ਦੀ ਸੇਵਾ ਲਾਈ ਗਈ। ਇਹਨਾਂ ਨੇ ਭਾਰੀ ਸੋਚ ਵਿਚਾਰ ਦੇ ਪਿੱਛੋਂ ਅੰਮ੍ਰਿਤਸਰ ਸ਼ਹਿਰ ਤੋਂ 3 ਮੀਲਾਂ 'ਤੇ ਸ਼ਾਹੀ ਸੜਕ ਪਰ ਉਸ ਥਾਂ ਦੀ ਚੋਣ ਕੀਤੀ ਜਿੱਥੇ ਅੱਜ ਸਿੱਖਾਂ ਦੇ ਸਭ ਤੋਂ ਵੱਡੇ ਕੌਮੀ ਕਾਲਜ ਦੀ ਸ਼ਾਨਦਾਰ ਇਮਾਰਤ ਆਉਣ ਜਾਣ ਵਾਲਿਆਂ ਦਾ ਧਿਆਨ ਬਦੋ-ਬਦੀ ਆਪਣੇ ਵੱਲ ਖਿੱਚ ਪਾਉਂਦੀ ਹੈ। ਫੰਡ ਇਕੱਤਰ ਹੋਇਆਂ ਥਾਂ ਚੁਣੀ ਗਈ ਇਮਾਰਤ ਬਣ ਕੇ ਤਿਆਰ ਹੋ ਗਈ। ਖਾਲਸਾ ਕਾਲਜ ਦੀ ਇਮਾਰਤ ਦਾ ਬੁਨਿਆਦੀ ਪੱਥਰ 5 ਮਾਰਚ 1892 ਈਸਵੀ ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਜੇਮਜ਼ ਬਰਾਡਵੁੱਡ ਲਾਇਲ ਨੇ ਰੱਖਿਆ ਅਤੇ 22 ਅਕਤੂਬਰ 1893 ਨੂੰ ਇਸ ਇਮਾਰਤ ਦੇ ਸ਼ਾਨਦਾਰ ਹਾਲ ਵਿੱਚ ਹਾਈ ਸਕੂਲ ਦੇ ਰੂਪ ਵਿੱਚ ਖਾਲਸਾ ਕਾਲਜ ਦੀ ਆਰੰਭਕ ਰਸਮ ਅਦਾ ਹੋਈ। ਇਸ ਆਰੰਭਕ ਰਸਮ ਦੀ ਕਾਰਵਾਈ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਖਾਲਸਾ ਅਖਬਾਰ ਵਿੱਚ ਛਾਪੀ। ਗਿਆਨੀ ਜੀ ਦੇ ਨਿਰਮਾਨਤਾ ਅਤੇ ਸ਼ੋਹਰਤ ਤੋਂ ਬਚਣ ਦਾ ਇੱਕ ਹੋਰ ਸਬੂਤ ਹੈ। ਉਸ ਵੇਲੇ ਦੇ ਹਾਜ਼ਰ ਪਤਵੰਤਿਆਂ ਵਿੱਚ ਭਾਵੇਂ ਉਹ ਸਿਰਕਰਦਾ ਸਨ, ਪਰੰਤੂ ਉਹਨਾਂ ਨੇ ਆਪਣਾ ਨਾਮ ਸਭ ਤੋਂ ਪਿੱਛੇ ਲਿਖਿਆ ਹੈ। ਇਸ ਸ਼ੁਭ ਸਮੇਂ 'ਤੇ ਸੈਂਕੜੇ ਅੰਗਰੇਜ਼, ਸਿੱਖ, ਹਿੰਦੂ ਅਤੇ ਮੁਸਲਿਮ ਪਤਵੰਤਿਆਂ ਨਾਲ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਸਰਦਾਰ ਸਰ ਅਤਰ ਸਿੰਘ ਅਤੇ ਆਪ ਦੇ ਹੋਰ ਸਾਥੀ ਵੀ ਮੌਜੂਦ ਸਨ। ਅੰਮ੍ਰਿਤਸਰ ਦੀਵਾਨ ਦੇ ਮੈਂਬਰਾਂ ਵਿੱਚੋਂ ਬਹੁਤ ਘੱਟ ਸੱਜਣ ਆਏ ਹੋਏ ਸਨ, ਜਿਸ ਤੋਂ ਸਪਸ਼ਟ ਹੈ ਕਿ ਖਾਲਸਾ ਕਾਲਜ ਬਣਾਉਣ ਦਾ ਸਿਹਰਾ ਲਾਹੌਰ ਦੀਵਾਨ ਦੇ ਸਿਰ ਹੈ ਅਤੇ ਲਾਹੌਰ ਦੀਵਾਨ ਦੀ ਜਿੰਦ ਜਾਨ ਗਿਆਨੀ ਦਿੱਤ ਸਿੰਘ ਜੀ ਇਸ ਦੇ ਮੋਢੀਆਂ ਵਿੱਚੋਂ ਇੱਕ ਚਮਕਦੀ ਸ਼ਖਸੀਅਤ ਦੇ ਮਾਲਕ ਸਨ। ਇਸ ਆਰੰਭਕ ਰਸਮ ਤੋਂ ਪਹਿਲਾਂ ਖਾਲਸਾ ਕਾਲਜ ਕੌਂਸਲ ਕਾਨੂੰਨ ਅਨੁਸਾਰ ਰਜਿਸਟਰੀ ਹੋ ਕੇ ਉਸ ਦੇ ਬਕਾਇਦਾ ਚੋਣ ਹੋ ਚੁੱਕੀ ਸੀ। ਇਹ ਚੋਣ ਆਰੰਭਕ ਕੌਂਸਲ ਦੀ 3 ਅਪ੍ਰੈਲ 1893 ਦੀ ਮੀਟਿੰਗ ਵਿੱਚ ਹੋਈ, ਜਦ ਕਿ ਡਾਕਟਰ ਵਿਲੀਅਮ ਵਟਿੰਗਨ ਨੇ ਆਰੰਭਕ ਕੌਂਸਲ ਤੋੜ ਕੇ ਕਾਨੂੰਨ ਅਨੁਸਾਰ ਨਵੀਂ ਕੌਂਸਲ ਬਣਾਉਣ ਦਾ ਐਲਾਨ ਕੀਤਾ। ਇਸ ਦੇ ਪ੍ਰਧਾਨ ਉਹ ਆਪ, ਮੀਤ ਪ੍ਰਧਾਨ ਸਰਦਾਰ ਅਤਰ ਸਿੰਘ ਭਦੌੜ ਅਤੇ ਸੈਕਟਰੀ ਭਾਈ ਜਵਾਹਰ ਸਿੰਘ ਜੀ ਕਪੂਰ ਬਣੇ।
ਐਗਜ਼ੈਕਟਿਵ ਕਮੇਟੀ ਦੇ 30 ਮੈਂਬਰ ਚੁਣੇ ਗਏ, ਜਿਨ੍ਹਾਂ ਵਿੱਚ ਗਿਆਨੀ ਦਿੱਤ ਸਿੰਘ ਜੀ ਵੀ ਸ਼ਾਮਲ ਸਨ। ਇਸ ਤਰ੍ਹਾਂ ਖਾਲਸਾ ਕਾਲਜ ਹਾਈ ਸਕੂਲ ਦੇ ਰੂਪ ਵਿੱਚ ਸ਼ੁਰੂ ਹੋ ਗਿਆ। ਇਸ ਸਕੂਲ ਦੇ ਵਿਦਿਆਰਥੀਆਂ ਨੇ ਐਂਟਰੈਂਸ ਦਾ ਇਮਤਿਹਾਨ ਪਹਿਲੀ ਵਾਰ 1897 ਵਿੱਚ ਦਿੱਤਾ ਅਤੇ 18 ਮਈ 1897 ਨੂੰ ਜਦ ਐਂਟਰੈਂਸ ਦੇ ਨਤੀਜੇ ਨਿਕਲੇ ਤਾਂ ਕਾਲਜ ਵਿੱਚ ਫਸਟ ਈਅਰ ਦਾ ਦਾਖਲਾ ਪਹਿਲੀ ਵਾਰ ਸ਼ੁਰੂ ਹੋਇਆ। ਸ਼ੁਰੂ ਵਿੱਚ ਫਸਟ ਈਅਰ ਅਤੇ ਗਿਆਨੀ ਜਮਾਤ ਦੀ ਫੀਸ ਕੇਵਲ 2 ਰੁਪਏ ਮਹੀਨਾ ਰੱਖੀ ਗਈ। ਇਸ ਤਰ੍ਹਾਂ ਗਿਆਨੀ ਦਿੱਤ ਸਿੰਘ ਜੀ ਅਤੇ ਉਸ ਦੇ ਸਾਥੀਆਂ ਦੀ ਹਿੰਮਤ ਨਾਲ ਪੰਜਾਬ ਵਿੱਚ ਇੱਕ ਮਹਾਨ ਕੌਮੀ ਆਸ਼ਰਮ ਬਣਿਆ ਜੋ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪੰਜਾਬ ਦੇ ਇਸ ਦੀਆਂ ਰਿਆਸਤਾਂ ਦੀ ਸ਼ਾਨਦਾਰ ਵਿਦਿਅਕ ਸੇਵਾ ਕਰ ਰਿਹਾ ਹੈ। ਪੰਥ ਸੇਵਾ। ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਸੰਗਤ ਨਾਲ ਗੁਰਸਿੱਖੀ ਵੱਲ ਆਏ ਅਤੇ ਤਨ ਮਨ ਤੇ ਧਨ ਨਾਲ ਸਿੱਖ ਕੌਮ ਧਰਮ ਦੀ ਸੇਵਾ ਵਿੱਚ ਲੱਗ ਗਏ। ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਜੇਕਰ ਗਿਆਨੀ ਦਿੱਤ ਸਿੰਘ ਜੀ ਦੀ ਸ਼ਖਸੀਅਤ ਮੈਦਾਨ ਵਿੱਚ ਨਾ ਨਿੱਤਰਦੀ ਤਦ ਸਿੰਘ ਸਭਾ ਲਹਿਰ ਪੂਰੇ ਜੀਵਨ ਵਿੱਚ ਨਾ ਆਉਂਦੀ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਇਹ ਭਾਈ ਦਿੱਤ ਸਿੰਘ ਜੀ ਦਾ ਹੀ ਕੰਮ ਸੀ ਕਿ ਜੋ ਸਿੱਖਾਂ ਵਿੱਚੋਂ ਗੁਰੂ ਡੰਮ ਦਾ ਖਾਤਮਾ ਹੋਇਆ ਅਤੇ ਸਿੱਖ ਸੰਗਤਾਂ ਸਿੱਧਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲੱਗੀਆਂ। ਗੁਰਦੁਆਰਿਆਂ ਵਿੱਚੋਂ ਮੂਰਤੀ ਪੂਜਾ ਅਤੇ ਬੁੱਤ ਪੂਜਾ ਅਥਵਾ ਹੋਰ ਮਨਮਤਾਂ ਨੂੰ ਖਤਮ ਕਰਾਉਣ ਦਾ ਸਿਹਰਾ ਵੀ ਇਤਿਹਾਸ ਉਹਨਾਂ ਦੇ ਸਿਰ ਹੀ ਬੰਨ੍ਹਦਾ ਹੈ। ਗਿਆਨੀ ਦਿੱਤ ਸਿੰਘ ਜੀ ਨੇ ਇਹ ਸੇਵਾ ਜਿਨ੍ਹਾਂ ਹਾਲਤਾਂ ਵਿੱਚ ਕੀਤੀ, ਉਹਨਾਂ ਨੂੰ ਵੇਖ ਕੇ ਉਹਨਾਂ ਪ੍ਰਤੀ ਸ਼ਰਧਾ ਹੋਰ ਵੀ ਵੱਧ ਜਾਂਦੀ ਹੈ। ਉਸ ਸਮੇਂ ਸਿੱਖ ਕੌਮ ਵੱਡੇ ਭਰਮਾਂ ਤੇ ਵਹਿਮਾਂ ਵਿੱਚ ਫਸੀ ਹੋਈ ਸੀ। ਊਚ ਨੀਚ, ਛੂਤ ਛਾਤ ਜਜ਼ਬਾ ਪੂਰੇ ਜ਼ੋਰਾਂ ਪਰ ਸੀ ਅਤੇ ਵੱਡੇ ਤੋਂ ਵੱਡੇ ਸੁਧਾਰਕ ਸਿੱਖ ਵੀ ਇਹ ਜ਼ਰੂਰਤ ਨਹੀਂ ਸੀ ਜੋ ਇਹਨਾਂ ਵਿਰੁੱਧ ਆਵਾਜ਼ ਉਠਾ ਸਕੇ। ਗਿਆਨੀ ਦਿੱਤ ਸਿੰਘ ਜੀ ਕਿਉਂਕਿ ਖਾਲਸਾ ਬਰਾਦਰੀ ਨਾਲ ਸੰਬੰਧ ਰੱਖਦੇ ਸਨ, ਇਸ ਲਈ ਜਾਤ ਅਭਿਮਾਨੀ ਸਿੱਖਾਂ ਵਿੱਚ ਹਮੇਸ਼ਾ ਉਹਨਾਂ ਅਛੂਤਾਂ ਜਿਹਾ ਹੀ ਸਲੂਕ ਹੁੰਦਾ ਸੀ। ਗਿਆਨੀ ਜੀ ਸੰਬੰਧੀ ਜਿਹੜੇ ਹਾਲਾਤ ਅਸੀਂ ਇਕੱਤਰ ਕਰ ਸਕੇ ਹਾਂ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕਦੇ ਪੰਗਤ ਵਿੱਚ ਨਹੀਂ ਸੀ ਬੈਠਣ ਦਿੱਤਾ ਜਾਂਦਾ। ਇੱਥੋਂ ਤੱਕ ਕਿ ਜਦੋਂ ਉਹ ਲੈਕਚਰ ਜਾਂ ਕਥਾ ਕਰਦੇ ਸਨ ਤਦ ਵੀ ਉਹਨਾਂ ਨੂੰ ਅਜਿਹੀ ਥਾਂ ਬਿਠਾਇਆ ਜਾਂਦਾ ਸੀ ਜਿਸ 'ਤੇ ਉਹਨਾਂ ਦੇ ਅਛੂਤ ਪੁਣੇ ਦਾ ਇਸ਼ਤਿਹਾਰ ਆਪਣੇ ਆਪ ਸਾਹਮਣੇ ਆ ਜਾਂਦਾ ਸੀ। ਇਸ ਬਦਸਲੂਕੀ ਦੇ ਬਾਵਜੂਦ ਵੀ ਗਿਆਨੀ ਦਿੱਤ ਸਿੰਘ ਦੇ ਮੱਥੇ ਕਦੇ ਵੱਟ ਨਹੀਂ ਸੀ ਵੇਖਿਆ ਗਿਆ। ਉਹਨਾਂ ਨੇ ਇਸ ਬਦਸਲੂਕੀ ਲਈ ਕਦੇ ਕਿਸੇ ਪਰ ਗਿਲਾ ਨਹੀਂ ਸੀ ਕੀਤਾ, ਕਦੇ ਉਹਨਾਂ ਸਿੱਖੀ ਵੱਲੋਂ ਮਨ ਮੈਲਾ ਨਹੀਂ ਸੀ ਕੀਤਾ। ਉਹ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਵਿੱਚ ਛੂਤ ਛਾਤ ਅਤੇ ਊਚ ਨੀਚ ਲਈ ਕੋਈ ਥਾਂ ਨਹੀਂ। ਜੇਕਰ ਇਹ ਮੰਨੀ ਜਾ ਰਹੀ ਹੈ ਤਾਂ ਹਿੰਦੂ ਅਸਰ ਹੇਠ ਆ ਕੇ ਹੋਰ ਮਨਮਤਾਂ ਵਾਂਗ ਹੀ ਮੰਨੀ ਜਾ ਰਹੀ ਹੈ ਅਤੇ ਹੋਰ ਅਨਮਤੀਆਂ ਦੇ ਨਾਲ ਹੀ ਇਸ ਦਾ ਵੀ ਖਾਤਮਾ ਹੋ ਜਾਵੇਗਾ। ਜਦ ਵੀ ਗਿਆਨੀ ਜੀ ਨਾਲ ਕੋਈ ਉਹਨਾਂ ਨਾਲ ਹੋਈ ਬਦਸਲੂਕੀ ਦੀ ਚਰਚਾ ਕਰਦਾ ਤਾਂ ਉਹ ਹੱਸ ਕੇ ਗੱਲ ਟਾਲ ਦਿੰਦੇ ਅਤੇ ਆਖਦੇ, ਮੈਂ ਜਿਸ ਸਲੂਕ ਦਾ ਹੱਕਦਾਰ ਹਾਂ ਉਹ ਹੀ ਮੇਰੇ ਨਾਲ ਹੁੰਦਾ ਹੈ। ਇਹ ਉੱਤਰ ਉਹਨਾਂ ਦੀ ਨਿਰਮਾਣਤਾ ਨੂੰ ਭਲੀ ਪ੍ਰਕਾਰ ਪ੍ਰਗਟ ਕਰਦਾ ਹੈ। ਸਿੱਖ ਰਾਜ ਦੇ ਜਾਣ ਪਿੱਛੋਂ ਸਿੱਖੀ ਨੂੰ ਜੋ ਜ਼ਬਰਦਸਤ ਘਾਟਾ ਪਿਆ ਸੀ ਉਹ ਤਦ ਹੀ ਪੂਰਾ ਹੋ ਸਕਦਾ ਸੀ ਜੇਕਰ ਸਮੇਂ ਦੀ ਹਕੂਮਤ ਸਿੱਖੀ ਪ੍ਰਚਾਰ ਦੇ ਰਾਹ ਵਿੱਚ ਰੋੜਾ ਨਾ ਅਟਕਾਏ। ਇਸ ਸੱਚਾਈ ਨੂੰ ਸਾਹਮਣੇ ਰੱਖ ਕੇ ਗਿਆਨੀ ਦਿੱਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਅਜਿਹੀ ਪਾਲਿਸੀ ਬਣਾਈ ਕਿ ਜਿਸ ਦਾ ਨਤੀਜਾ ਅੰਗਰੇਜ਼ ਨੇ ਸਿੱਖੀ ਪ੍ਰਚਾਰ ਵਿੱਚ ਰੋੜਾ ਅਟਕਾਉਣ ਦੀ ਥਾਂ ਸਹਾਇਤਾ ਦਿੱਤੀ। ਅੰਗਰੇਜ਼ੀ ਹਾਕਮ ਸਿੰਘ ਸਭਾ ਲਹਿਰ ਦੇ ਸਰਪ੍ਰਸਤ ਬਣ ਕੇ ਕੰਮ ਕਰਦੇ ਰਹੇ ਅਤੇ ਖਾਲਸਾ ਕਾਲਜ ਕਾਇਮ ਕਰਨ ਵਿੱਚ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਸ ਸਮੇਂ ਦੇ ਸਭ ਤੋਂ ਵੱਡੇ ਅਖਬਾਰ ਖਾਲਸਾ ਅਖਬਾਰ ਦੇ ਐਡੀਟਰ ਅਤੇ ਸ਼੍ਰੋਮਣੀ ਸਿੱਖ ਪ੍ਰਚਾਰਕ ਹੋਣ ਕਰਕੇ ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦੀ ਜ਼ਬਾਨ ਸਮਝੇ ਜਾਂਦੇ ਸਨ ਅਤੇ ਕੌਮ ਦੀ ਤਰਜਮਾਨੀ ਕਰਨ ਲਈ ਜਿੰਨੀ ਜ਼ਿੰਮੇਵਾਰੀਆਂ ਦੀ ਲੋੜ ਹੁੰਦੀ ਸੀ, ਗਿਆਨੀ ਦਿੱਤ ਸਿੰਘ ਜੀ ਉਹਨਾਂ ਨੂੰ ਪੂਰੀ ਤਰ੍ਹਾਂ ਸਮਝਦੇ ਅਤੇ ਨਿਭਾਉਂਦੇ ਸਨ। ਉਹਨਾਂ ਨੇ ਆਪਣੇ ਨਿੱਜੀ ਖਿਆਲਾਂ ਨੂੰ ਕੌਮੀ ਲਾਭਾਂ ਅਤੇ ਕੁਰਬਾਨ ਕਰ ਰੱਖਿਆ ਸੀ। ਉਹਨਾਂ ਦੀ ਜ਼ੁਬਾਨ ਅਤੇ ਕਲਮ ਸਿੱਖ ਮੁਫਾਦ ਦੇ ਰਸਤੇ 'ਤੇ ਰੰਚਕ ਮਾਤਰ ਵੀ ਇੱਧਰ ਉੱਧਰ ਨਹੀਂ ਸਨ ਹੁੰਦੀਆਂ। ਉਹ ਅੰਗਰੇਜ਼ ਦੀ ਉਸਤਤੀ ਕਰਦੇ ਸਨ, ਪਰੰਤੂ ਇਸ ਲਈ ਨਹੀਂ ਕਿ ਉਹ ਉਸ ਨੂੰ ਚੰਗਾ ਜਾਣਦੇ ਸਨ, ਸਗੋਂ ਇਸ ਲਈ ਉਹਨਾਂ ਨੇ ਅੰਗਰੇਜ਼ਾਂ ਨਾਲ ਮਿਲਵਰਤਨ ਕਰਕੇ ਸਿੱਖੀ ਪ੍ਰਚਾਰ ਲਈ ਰਾਹ ਸਾਫ਼ ਕਰਨਾ, ਪ੍ਰਚਾਰ ਨਾਲ ਸੁੱਤੀ ਹੋਈ ਸਿੱਖ ਕੌਮ ਨੂੰ ਹਲੂਣਾ ਦੇ ਕੇ ਜਗਾਉਣਾ ਅਤੇ ਆਪਣੇ ਪੈਰਾਂ ਉੱਪਰ ਖੜਾ ਕਰਨਾ ਚਾਹੁੰਦੇ ਸਨ। ਇਸ ਆਦਰਸ਼ ਦੀ ਪ੍ਰਾਪਤੀ ਵਿੱਚ ਉਹਨਾਂ ਨੂੰ ਬਹੁਤ ਹੱਦ ਤੱਕ ਕਾਮਯਾਬੀ ਹੋਈ।
ਉਹਨਾਂ ਹਰ ਗੱਲ ਤੇ ਪਿੱਛੇ ਸਿੱਖੀ ਦੀ ਉੱਨਤੀ ਦੀ ਪ੍ਰੀਤ ਕੰਮ ਕਰਦੀ ਹੋਈ ਸਾਫ਼ ਵਿਖਾਈ ਦਿੰਦੀ ਸੀ। ਜਿਹਾ ਕੁ ਸ਼ੁਰੂ ਵਿੱਚ ਦੱਸ ਆਏ ਹਾਂ ਕਿ ਸਿੱਖ ਰਾਜ ਦੇ ਪਿੱਛੋਂ ਸਿੱਖ ਧਰਮ ਤੇਜ਼ੀ ਨਾਲ ਖਤਮ ਹੋ ਰਿਹਾ ਸੀ। 1881 ਦੀ ਮਰਦਮਸ਼ੁਮਾਰੀ ਸਮੇਂ ਸਾਰੇ ਦੇਸ਼ ਵਿੱਚ ਸਿੱਖ 1 ਕਰੋੜ ਦੀ ਗਿਣਤੀ ਤੋਂ ਹੇਠਾਂ ਆ ਕੇ ਕੇਵਲ 18,43,000 ਅਤੇ 428 ਹੀ ਰਹਿ ਗਈ ਸੀ। ਜੇ ਸਿੱਖੀ ਦੀ ਗਿਰਾਵਟ ਇਸ ਹੱਦ ਤੱਕ ਹੇਠਾਂ ਜਾ ਚੁੱਕੀ ਸੀ ਕਿ ਆਰੀਆ ਸਮਾਜੀ, ਈਸਾਈ ਅਤੇ ਕਾਦਵਾਨੀ ਹਾਲਾਂ ਵਿੱਚ ਇਸ ਪਰ ਪੂਰੇ ਜ਼ੋਰ ਨਾਲ ਚੋਟਾਂ ਕਰ ਰਹੇ ਸਨ। ਜੇਕਰ ਉਹਨਾਂ ਚੋਟਾਂ ਦਾ ਮੂੰਹ ਤੋੜਵਾ ਉੱਤਰ ਨਾ ਦਿੱਤਾ ਜਾਂਦਾ ਤਾਂ ਗੁਰੂ ਹੀ ਜਾਣਦਾ ਹੈ ਕਿ ਸਿੱਖੀ ਦਾ ਕੀ ਬਣਦਾ। ਇਸ ਖਤਰਨਾਕ ਸਮੇਂ ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਮੁੱਠੀ ਭਰ ਸਾਥੀਆਂ ਸਮੇਤ ਲੇਖਾਂ ਅਤੇ ਵਿਖਿਆਨਾਂ ਨਾਲ ਵਿਰੋਧੀਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ। ਕਿਸੇ ਵੀ ਸ਼੍ਰੇਣੀ ਦੇ ਕਿਸੇ ਵੱਡੇ ਤੋਂ ਵੱਡੇ ਪ੍ਰਚਾਰਕ ਨੂੰ ਵੀ ਉਹਨਾਂ ਦੇ ਸਾਹਮਣੇ ਆ ਕੇ ਬਹਿਸ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ। ਇੱਥੇ ਤੱਕ ਕਿ ਸਵਾਮੀ ਦਇਆਨੰਦ ਜਿਹਾ ਵੀ ਉਹਨਾਂ ਦੇ ਸਾਹਮਣੇ ਆ ਕੇ 3 ਵਾਰ ਹਾਰ ਦਾ ਮੂੰਹ ਵੇਖਣਾ ਪਿਆ। ਆਰੀਆ ਸਮਾਜ ਨੇ ਪੰਜਾਬ ਵਿੱਚ ਸਿੱਖਾਂ ਦੀ ਸਹਾਇਤਾ ਨਾਲ ਹੀ ਪੈਰ ਜਮਾਏ ਸਨ ਅਤੇ ਇਹ ਕੰਮ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦਾ ਹੀ ਸੀ ਜੋ ਉਹਨਾਂ ਨੂੰ ਸਮਾਜੀ ਗਲਬੇ ਨੂੰ ਸਿੱਖੀ ਜੀਵਨ ਤੋਂ ਵਗਾ ਮਾਰਿਆ। ਪੰਜਾਬ ਵਿੱਚ ਸਭ ਕੀਤੀ ਕਰਾਈ ਪਰ ਗਿਆਨੀ ਦਿੱਤ ਸਿੰਘ ਜੀ ਨੂੰ ਪਾਣੀ ਫੇਰਦੇ ਵੇਖ ਕੇ ਆਰੀਆ ਸਮਾਜੀ ਸੱਜਣ ਬੜੇ ਪਰੇਸ਼ਾਨ ਹੋਏ। ਉਹਨਾਂ ਨੇ ਗਿਆਨੀ ਜੀ ਵਿਰੁੱਧ ਨਾ ਕੇਵਲ ਆਪਣੇ ਅਖਬਾਰ ਵਿੱਚ ਹੀ ਮਜ਼ਮੂਨ ਲਿਖੇ, ਸਗੋਂ ਗਿਆਨੀ ਦਿੱਤ ਸਿੰਘ ਜੀ ਕੁੱਕੜੂ ਘੜੂ ਆਦਿ ਕਈ ਟਰੈਕਟ ਛਾਪ ਕੇ ਵੀ ਵੰਡੇ। ਜਿਸ ਸਮੇਂ ਫਰੀਦਕੋਟ ਦੇ ਰੁਪਏ ਨਾਲ ਅੰਮ੍ਰਿਤਸਰ ਦੇ ਦੀਵਾਨ ਦੇ ਮੋਢੀ ਦੀ ਸ਼ਹਿ ਤੇ ਗਿਆਨੀ ਜੀ ਵਿਰੁੱਧ ਮੁਕੱਦਮਾ ਚੱਲ ਰਿਹਾ ਸੀ, ਠੀਕ ਉਸੇ ਵੇਲੇ ਆਰੀਆ ਸਮਾਜੀਆਂ ਨੇ ਆਪਣੀ ਸਾਰੀ ਪ੍ਰਾਪੇਗੰਡਾ ਮਸ਼ੀਨਰੀ ਮੈਦਾਨ ਵਿੱਚ ਉਤਾਰ ਕੇ ਉਹਨਾਂ 'ਤੇ ਹਮਲਾ ਕਰ ਦਿੱਤਾ। ਪਰੰਤੂ ਫੌਲਾਦੀ ਇਰਾਦੇ ਦੇ ਮਾਲਕ ਗਿਆਨੀ ਦਿੱਤ ਸਿੰਘ ਪਰ ਇਨ੍ਹਾਂ ਹਮਲਿਆਂ ਦਾ ਕੋਈ ਅਸਰ ਨਾ ਹੋਇਆ ਅਤੇ ਉਹ ਪੂਰੀ ਲਗਨ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਿਸ਼ਨ ਦੀ ਪੂਰਤੀ ਵੱਲ ਲੱਗੇ ਰਹੇ ਅਤੇ ਸਾਰੀਆਂ ਕਠਿਨਾਈਆਂ ਅਤੇ ਮੁਸੀਬਤਾਂ ਨਾਲ ਖਿੜੇ ਮੱਥੇ ਟਾਕਰਾ ਕੀਤਾ। ਗਿਆਨੀ ਦਿੱਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਹਿੰਮਤ ਦਾ ਨਤੀਜਾ ਇਹ ਹੋਇਆ ਕਿ ਸਿੱਖ ਪੰਥ ਫੇਰ ਚੜ੍ਹਦੀਆਂ ਕਲਾਂ ਵਿੱਚ ਜਾਣ ਲੱਗਾ। 1881 ਤੱਕ ਦੀ ਗਿਰਾਵਟ ਨੂੰ ਵੇਖ ਕੇ ਉਹਨਾਂ ਜਿਸ ਤਨਦੇਹੀ ਨਾਲ ਕੰਮ ਕੀਤਾ ਉਸ ਦਾ ਨਤੀਜਾ 10 ਸਾਲਾਂ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੀ ਥਾਂ ਵਧੀ। 1891 ਦੀ ਮਰਦਮਸ਼ੁਮਾਰੀ ਵਿੱਚ ਗਿਣਤੀ ਕਾਫੀ ਵੱਧ ਗਈ ਸੀ। ਗਿਆਨੀ ਜੀ ਦੇ ਜੀਵਨ ਵਿੱਚ ਇਸ ਤੋਂ ਅਗਲੀ ਮਰਦਮਸ਼ੁਮਾਰੀ 1901 ਵਿੱਚ ਹੋਈ ਅਤੇ ਉਸ ਮਰਦਮਸ਼ੁਮਾਰੀ ਵਿੱਚ ਇਹ ਗਿਣਤੀ ਕਾਫੀ ਹੱਦ ਤੱਕ ਬਹੁਤ ਜ਼ਿਆਦਾ 20 ਤੋਂ 25 ਲੱਖ ਤੋਂ ਉੱਪਰ ਟੱਪ ਗਈ ਸੀ। ਇਸ ਤਰ੍ਹਾਂ ਸਿੰਘ ਸਭੀਆਂ ਦੀ 20 ਕੁ ਸਾਲਾਂ ਦੀ ਜੱਦੋ-ਜਹਿਦ ਦਾ ਨਤੀਜਾ ਸਿੱਖਾਂ ਦੀ ਗਿਣਤੀ ਵਿੱਚ 33 ਲੱਖ ਤੱਕ ਦਾ ਵਾਧਾ ਹੋ ਗਿਆ ਅਤੇ ਹੋਰ ਵਾਧੇ ਦੀ ਆਸ ਸਾਫ਼ ਨਜ਼ਰ ਆਉਣ ਲੱਗੀ। ਇਨ੍ਹਾਂ ਸੱਚਾਈਆਂ ਨੂੰ ਸਾਹਮਣੇ ਰੱਖ ਕੇ ਅਸੀਂ ਇਸ ਸਿੱਟੇ ਪਰ ਪੁੱਜਦੇ ਹਾਂ ਕਿ ਗਿਆਨੀ ਦਿੱਤ ਸਿੰਘ ਜੀ ਦੇ ਸਿਰ ਪੰਥਕ ਉੱਨਤੀ ਲਈ ਕੀਤੇ ਹੇਠ ਲਿਖੇ ਕਰਮਾਂ ਦਾ ਸਿਹਰਾ ਵੱਜਦਾ ਹੈ। ਨੰਬਰ 1 ਆਰੀਆ ਸਮਾਜ ਅਤੇ ਈਸਾਈਆਂ ਦੇ ਹਮਲਿਆਂ ਤੋਂ ਸਿੱਖ ਧਰਮ ਦੀ ਰੱਖਿਆ ਕਰਨੀ। ਨੰਬਰ 2 ਖਾਲਸਾ ਕਾਲਜ ਕਾਇਮ ਕਰਨਾ। ਨੰਬਰ 3 ਸਿੱਖਾਂ ਵਿੱਚੋਂ ਬੇਦੀਆਂ ਅਤੇ ਸੋਢੀਆਂ ਦੇ ਗੁਰੂਡੰਮ ਦਾ ਖਾਤਮਾ ਕਰਨਾ। ਨੰਬਰ 4 ਵਿਆਹ, ਜਨਮ ਅਤੇ ਮਰਨ ਸੰਬੰਧੀ ਰੀਤਾਂ ਨੂੰ ਗੁਰੂ ਮਰਿਆਦਾ ਅਨੁਸਾਰ ਕਰਨ ਦੀ ਲਹਿਰ ਚਲਾਉਣੀ। ਨੰਬਰ 5 ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਅਤੇ ਸਰੋਵਰਾਂ ਦੀਆਂ ਪ੍ਰਕਰਮਾਂ ਵਿੱਚ ਮੂਰਤੀ ਪੂਜਾ ਅਤੇ ਬੁੱਤ ਪੂਜਾ ਦਾ ਖਾਤਮਾ ਕਰਨਾ। ਨੰਬਰ 6 ਸਿੱਖਾਂ ਵਿੱਚ ਊਚ ਨੀਚ ਅਤੇ ਛੂਤ ਛਾਤ ਦੂਰ ਕਰਨ ਲਈ ਪ੍ਰਚਾਰ ਕਰਨਾ। ਇਸ ਪ੍ਰਚਾਰ ਦਾ ਅਸਰ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਅਤੇ ਉਹਨਾਂ ਦੇ ਕੁਝ ਨੌਜਵਾਨ ਸਾਥੀਆਂ ਨੇ ਸਭ ਤੋਂ ਪਹਿਲਾਂ ਕਬੂਲਿਆ। ਜਿਸ ਸਮੇਂ ਗਿਆਨੀ ਦਿੱਤ ਸਿੰਘ ਜੀ ਲਾਹੌਰ ਵਿੱਚ ਪੂਰੇ ਜ਼ੋਰ ਨਾਲ ਪ੍ਰਚਾਰ ਵਿੱਚ ਲੱਗੇ ਹੋਏ ਸਨ, ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਉਸ ਸਮੇਂ ਲਾਹੌਰ ਗੌਰਮਿੰਟ ਕਾਲਜ ਵਿੱਚ ਪੜ੍ਹਦੇ ਸਨ। ਉਹਨਾਂ ਆਪਣੇ ਕੁਝ ਨੌਜਵਾਨ ਸਾਥੀਆਂ ਸਮੇਤ ਸਭ ਤੋਂ ਪਹਿਲਾਂ ਗਿਆਨੀ ਦਿੱਤ ਸਿੰਘ ਜੀ ਨਾਲ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ। ਇਸ ਦੇ ਪਿੱਛੋਂ ਜਦ ਉਹ ਚੀਫ ਖਾਲਸਾ ਦੀਵਾਨ ਦੇ ਕਰਤਾ ਧਰਤਾ ਬਣੇ ਤਦ ਉਹਨਾਂ ਨੇ ਅਖੌਤੀ ਅਛੂਤ ਸਿੱਖਾਂ ਦੀ ਉੱਨਤੀ ਅਤੇ ਸਿੱਖਾਂ ਵਿੱਚੋਂ ਅਛੂਤ ਛਾਤ ਦੂਰ ਕਰਨ ਲਈ ਸ਼ਾਨਦਾਰ ਕੰਮ ਕੀਤਾ। ਇਸ ਤਰ੍ਹਾਂ ਗਿਆਨੀ ਦਿੱਤ ਸਿੰਘ ਜੀ ਦੀ ਛੂਤ ਛਾਤ ਦੂਰ ਕਰਨ ਦੀ ਲਹਿਰ ਵਧੀ ਫੁੱਲੀ। ਚੀਫ ਖਾਲਸਾ ਦੀਵਾਨ ਨੇ ਇਸ ਨੂੰ ਸਫਲ ਬਣਾਉਣ ਲਈ ਵਿੱਤ ਅਨੁਸਾਰ ਚੰਗਾ ਯਤਨ ਕੀਤਾ। ਅਕਾਲੀ ਲਹਿਰ ਸਮੇਂ ਤਾਂ ਇਹ ਲਹਿਰ ਪੂਰੀ ਤਰ੍ਹਾਂ ਪ੍ਰਫੁੱਲਤ ਹੋ ਚੁੱਕੀ ਸੀ।
ਨੰਬਰ 11 ਫੌਜੀ ਵੀਰਾਂ ਨਾਲ ਪਿਆਰ। ਗਿਆਨੀ ਦਿੱਤ ਸਿੰਘ ਜੀ ਸਿੱਖ ਫੌਜੀਆਂ ਨਾਲ ਬੜਾ ਪਿਆਰ ਕਰਦੇ ਸਨ। ਦੂਜੇ ਪਾਸੇ ਸਿੱਖ ਫੌਜੀ ਵੀ ਆਪਣਾ ਬਹੁਤ ਮਾਣ ਤੇ ਸਤਿਕਾਰ ਕਰਦੇ ਸਨ। ਖਾਲਸਾ ਅਖਬਾਰ ਦੀ ਫਾਈਲ ਵੇਖਣ ਤੋਂ ਪਤਾ ਲੱਗਦਾ ਹੈ ਕਿ ਅਖਬਾਰ ਲਈ ਵਧੇਰੇ ਚੰਦਾ ਤੇ ਸਹਾਇਤਾ ਫੌਜੀਆਂ ਵੱਲੋਂ ਆਉਂਦੀ ਸੀ। ਗਿਆਨੀ ਜੀ ਦੇ ਦਿਲ ਵਿੱਚ ਫੌਜੀਆਂ ਦਾ ਪਿਆਰ ਵਧੇਰੇ ਇਸ ਲਈ ਸੀ ਕਿ ਉਹ ਸਿੱਖੀ ਦਾ ਨਮੂਨਾ ਸਨ ਅਤੇ ਦੇਸ਼ ਪ੍ਰਦੇਸ਼ਾਂ ਵਿੱਚ ਜਾ ਕੇ ਗੁਰਦੁਆਰੇ ਬਣਾਉਂਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇੱਧਰ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਦਾ ਤਾਂ ਨਿਸ਼ਾਨਾ ਹੀ ਸਿੱਖੀ ਦਾ ਪ੍ਰਚਾਰ ਸੀ। ਇਸ ਲਈ ਉਹ ਫੌਜੀਆਂ ਨੂੰ ਕਿਉਂ ਨਾ ਪਿਆਰ ਕਰਦੇ। ਉਸ ਸਮੇਂ ਇਸ ਸਿੱਖ ਪੰਥ ਵਿੱਚ ਗਿਰਾਵਟ ਵਿੱਚ ਸੀ ਅਤੇ ਉਸ ਤੋਂ ਕੱਢਣ ਲਈ ਸਿੱਖ ਫੌਜੀਆਂ ਤੋਂ ਚੰਗਾ ਹੋਰ ਕੰਮ ਕੋਈ ਨਹੀਂ ਸੀ ਕਰ ਸਕਦਾ। ਦੂਜੇ ਸ਼ਬਦਾਂ ਵਿੱਚ ਉਸ ਸਮੇਂ ਸਿੱਖ ਫੌਜੀਆਂ ਦੇ ਰੂਪ ਵਿੱਚ ਹੀ ਸਿੱਖੀ ਦੀ ਰਵਾਇਤ ਕਾਇਮ ਸੀ। ਫੌਜੀਆਂ ਤੇ ਗਿਆਨੀ ਜੀ ਵਿਚਕਾਰ ਕਿਤਨਾ ਪਿਆਰ ਸੀ, ਇਸ ਦੀ ਇੱਕ ਮਿਸਾਲ ਅਸੀਂ ਹੇਠ ਦਿੰਦੇ ਹਾਂ। ਇਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਫੌਜੀ ਸਿੱਖ ਗਿਆਨੀ ਜੀ ਦਾ ਕਿਤਨਾ ਮਾਣ ਕਰਦੇ ਸਨ। 8 ਜੁਲਾਈ 1900 ਈਸਵੀ ਨੂੰ 14 ਨੰਬਰ ਸਿੱਖ ਪਲਟਨ ਚੀਨ ਨੂੰ ਜਾਂਦੀ ਹੋਈ ਲਾਹੌਰ ਦੇ ਰੇਲਵੇ ਸਟੇਸ਼ਨ ਪਰ ਪੁੱਜੀ। ਇਸ ਪਲਟਨ ਦੇ ਆਉਣ ਦੀ ਇਤਲਾਹ ਪਲਟਨ ਦੇ ਮਾਸਟਰ ਸਰਦਾਰ ਵੀਰ ਸਿੰਘ ਨੇ ਪਹਿਲਾਂ ਹੀ ਖਾਲਸਾ ਅਖਬਾਰ ਦੇ ਪ੍ਰਬੰਧਕਾਂ ਨੂੰ ਦੇ ਦਿੱਤੀ ਸੀ। ਪਲਟਨ ਵੱਲੋਂ ਇੱਛਾ ਪ੍ਰਗਟ ਕੀਤੀ ਗਈ ਸੀ ਕਿ ਗਿਆਨੀ ਦਿੱਤ ਸਿੰਘ ਜੀ ਸ਼ਹਿਰ ਦੇ ਮੁਖੀ ਪਤਵੰਤਿਆਂ ਸਮੇਤ ਰੇਲਵੇ ਸਟੇਸ਼ਨ 'ਤੇ ਦਰਸ਼ਨ ਦੇਣ। ਗਿਆਨੀ ਦਿੱਤ ਸਿੰਘ ਜੀ ਲਾਹੌਰ ਦੇ ਪਤਵੰਤੇ ਸਿੰਘਾਂ ਸਰਦਾਰ ਮੇਹਰ ਸਿੰਘ ਜੀ ਚਾਵਲਾ, ਭਾਈ ਮਾਇਆ ਸਿੰਘ ਜੀ ਮੈਨੇਜਰ ਖਾਲਸਾ ਪ੍ਰੈਸ ਅਤੇ ਭਾਈ ਹਰਨਾਮ ਸਿੰਘ ਆਦਿ ਦਰਜਨ ਕੁ ਸੱਜਣਾ ਸਮੇਤ ਰੇਲਵੇ ਸਟੇਸ਼ਨ ਪਰ ਫੌਜੀ ਸਿੰਘਾਂ ਲਈ ਜਲ ਪਾਣੀ ਦਾ ਪ੍ਰਬੰਧ ਕਰਕੇ ਪੁੱਜ ਗਏ। 13 ਜੁਲਾਈ 1900 ਦੇ ਖਾਲਸਾ ਅਖਬਾਰ ਵਿੱਚ ਇਸ ਪ੍ਰੇਮ ਮਿਲਣ ਦੇ ਸਮਾਚਾਰ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੇ ਗਏ। ਪਹਿਲੇ ਲੈਫਟ ਵਿੰਗ ਦੀ ਗੱਡੀ ਆਈ, ਜਿਸ ਵਿੱਚ ਸੂਬੇਦਾਰ ਨਰੈਣ ਸਿੰਘ ਜੀ, ਸੂਬੇਦਾਰ ਤਾਰਾ ਸਿੰਘ ਜੀ, ਜਮਾਦਾਰ ਸੁੰਦਰ ਸਿੰਘ ਜੀ, ਸੂਬੇਦਾਰ ਦੇਵਾ ਸਿੰਘ ਜੀ, ਜਮਾਦਾਰ ਮਤਾਬ ਸਿੰਘ ਜੀ, ਜਮਾਦਾਰ ਸੁੰਦਰ ਸਿੰਘ ਜੀ, ਜਮਾਦਾਰ ਸਾਵਣ ਸਿੰਘ ਜੀ, ਜਮਾਦਾਰ ਵਸਾਵਾ ਸਿੰਘ ਜੀ, ਬਾਬੂ ਹਰਨਾਮ ਸਿੰਘ ਜੀ, ਹੈੱਡ ਕਲਰਕ, ਕਮਾਨ ਅਫਸਰ ਤੇ ਹੋਰ ਅੰਗਰੇਜ਼ ਅਫਸਰ ਸਨ। ਜਦ ਸਟੇਸ਼ਨ 'ਤੇ ਗੱਡੀ ਪੁੱਜੀ ਤਾਂ ਦੋ ਪਾਸਿਆਂ ਤੋਂ ਜੈਕਾਰੇ ਗਜਾਏ ਗਏ ਔਰ ਸਭ ਸਰਦਾਰ ਵੱਡੇ ਪ੍ਰੇਮ ਨਾਲ ਸਿੰਘਾਂ ਨੂੰ ਮਿਲੇ, ਜਿਨ੍ਹਾਂ ਨੇ ਵੱਡੀ ਕਿਰਪਾ ਕੀਤੀ, ਜਿਸ ਤੋਂ ਮਗਰੋਂ ਫੌਜ ਨੂੰ ਜਲ ਪਾਣੀ ਛਕਾਇਆ ਗਿਆ। ਸਭ ਆਪਸ ਵਿੱਚ ਭਾਈਆਂ ਵਾਂਗ ਮਿਲੇ। ਉਸ ਸਮੇਂ ਸੂਬੇਦਾਰ ਨਰੈਣ ਸਿੰਘ ਜੀ ਸਾਹਿਬ ਨੇ ਸਾਰੀ ਪਲਟਨ ਵੱਲੋਂ ਮਾਇਆ ਗਿਆਨੀ ਦਿੱਤ ਸਿੰਘ ਜੀ ਨੂੰ ਸਿਰੋਂ ਪਾਉ ਦੇ ਤੌਰ 'ਤੇ ਪ੍ਰਦਾਨ ਕੀਤੀ, ਜੋ ਧੰਨਵਾਦ ਸਾਹਿਬ ਅੰਗੀਕਾਰ ਕਰਕੇ ਖਾਲਸਾ ਅਖਬਾਰ ਦੀ ਭੇਟਾ ਕੀਤੀ ਗਈ। ਇਸੇ ਤਰ੍ਹਾਂ 25 ਪਲਟਨ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਖਾਲਸਾ ਸਭਾ ਲਈ ਪ੍ਰਦਾਨ ਕੀਤੇ ਗਏ। ਹੋਰ ਪ੍ਰੇਮ ਦੇ ਬਚਨ ਵਿਲਾਸ ਕਰਕੇ ਗੱਡੀ ਤੁਰ ਪਈ ਤੇ ਜੈਕਾਰੇ ਗਜਾਏ ਗਏ। ਇਸ ਦੇ ਮਗਰੋਂ ਫਿਰ 6 ਵਜੇ ਸ਼ਾਮ ਨੂੰ ਰਾਈਟ ਵਿੰਗ ਦੀ ਗੱਡੀ ਆਈ, ਜਿਸ ਪਰ ਉਸੇ ਤਰ੍ਹਾਂ ਖਾਲਸਾ ਫਿਰ ਇਕੱਤਰ ਸੀ। ਇਸ ਗੱਡੀ ਵਿੱਚ ਸ੍ਰੀ ਯੁੱਤ ਸਰਦਾਰ ਮਾਨ ਸਿੰਘ ਸਾਹਿਬ, ਸੂਬੇਦਾਰ ਮੇਜਰ, ਸੂਬੇਦਾਰ ਹੀਰਾ ਸਿੰਘ ਜੀ, ਸੂਬੇਦਾਰ ਮਿੱਤ ਸਿੰਘ ਜੀ, ਸੂਬੇਦਾਰ ਅਤਰ ਸਿੰਘ ਜੀ, ਜਮਾਦਾਰ ਕੇਰ ਸਿੰਘ ਜੀ, ਜਮਾਦਾਰ ਉੱਤਮ ਸਿੰਘ ਜੀ, ਜਮਾਦਾਰ ਮੱਲ ਸਿੰਘ ਜੀ, ਜਮਾਦਾਰ ਅਤਰ ਸਿੰਘ ਜੀ ਅਤੇ ਅੰਗਰੇਜ਼ ਫੌਜੀ ਅਫਸਰ ਸਾਹਿਬਾਨ ਵੀ ਸਨ। ਪਹਿਲੇ ਉਸੀ ਤਰ੍ਹਾਂ ਗੱਡੀ ਪੁੱਜਣ ਦੇ ਦੋਨਾਂ ਪਾਸਿਆਂ ਤੋਂ ਫਤਿਹ ਦੇ ਜੈਕਾਰੇ ਗਜਾਏ ਗਏ। ਫਿਰ ਸਾਰੇ ਸਰਦਾਰ ਬੜੇ ਪ੍ਰੇਮ ਨਾਲ ਮਿਲੇ। ਇਸ ਮੌਕੇ ਪਰ ਸੂਬੇਦਾਰ ਮੇਜਰ ਸਰਦਾਰ ਮਾਨ ਸਿੰਘ ਨੇ 50 ਆਪਣੇ ਵੱਲੋਂ ਦਿੱਤ ਸਿੰਘ ਗਿਆਨੀ ਨੂੰ ਸਰੋਪਾ ਦੇ ਪ੍ਰਦਾਨ ਕੀਤੇ, ਜਿਸ ਪਰ ਗਿਆਨੀ ਜੀ ਨੇ ਉਹ ਧੰਨਵਾਦ ਸਹਿਤ ਸਵੀਕਾਰ ਕਰਕੇ ਖਾਲਸਾ ਅਖਬਾਰ ਦੇ ਫੰਡ ਵਿੱਚ ਹੀ ਅਰਪਣ ਕਰ ਦਿੱਤੇ। ਇਤਨੇ ਪਰ ਗੱਡੀ ਚੱਲ ਪਈ ਤੇ ਸਭ ਖਾਲਸੇ ਨੇ ਫਤਿਹ ਦੇ ਜੈਕਾਰੇ ਗਜਾਏ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਫੌਜੀ ਸਿੰਘ ਤੇ ਸਰਦਾਰ ਗਿਆਨੀ ਜੀ ਨੂੰ ਕਿਤਨੀ ਪੂਜਯ ਹਸਤੀ ਸਮਝ ਕੇ ਪਿਆਰਦੇ ਤੇ ਸਤਿਕਾਰਦੇ ਸਨ। ਸਿੱਖ ਗਿਆਨੀ ਜੀ ਨੂੰ ਸਿੱਖ ਫੌਜੀਆਂ ਤੇ ਇਸ ਲਈ ਮਾਣ ਸੀ ਕਿ ਉਹ ਨਮੂਨੇ ਦੇ ਸਿੱਖ ਸਨ। ਉਹਨਾਂ ਦਾ ਕੰਮ ਸਿੱਖੀ ਆਸ਼ੇ ਅਨੁਸਾਰ ਹੁੰਦਾ ਸੀ। ਉਹ ਅੰਗਰੇਜ਼ੀ ਰਾਜ ਦਾ ਸਿੱਖ ਪੰਥ ਲਈ ਇਹੋ ਲਾਭ ਦੱਸਦੇ ਸਨ ਕਿ ਫੌਜਾਂ ਵਿੱਚ ਭਰਤੀ ਹੋ ਕੇ ਨਮੂਨੇ ਦੇ ਸਿੱਖ ਪ੍ਰਦੇਸ਼ਾਂ ਵਿੱਚ ਜਾਂਦੇ ਸਨ ਅਤੇ ਦਸ਼ਮੇਸ਼ ਪਿਤਾ ਦਾ ਕੇਸਰੀ ਝੰਡਾ ਝੁਲਾ ਕੇ ਸਿੱਖੀ ਦਾ ਬੀਜ ਆਉਂਦੇ ਸਨ, ਜੋ ਇੱਕ ਨਾ ਇੱਕ ਦਿਨ ਫਲ ਕੇ ਜ਼ਰੂਰ ਪ੍ਰਫੁੱਲਤ ਹੋਵੇਗਾ। ਮਲਕਾ ਵਿਕਟੋਰੀਆ ਦੀ ਮੌਤ ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਲਾਹੌਰ ਵਿਖੇ ਇੱਕ ਭਾਰੀ ਮਾਤਮੀ ਦੀਵਾਨ ਵਿੱਚ
ਗਿਆਨੀ ਜੀ ਨੇ ਜੋ ਭਾਸ਼ਣ ਦਿੱਤਾ ਉਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਕਿ ਗਿਆਨੀ ਜੀ ਨੇ ਮਲਕਾ ਮਹਾਰਾਣੀ ਦੇ ਰਾਜ ਨੂੰ ਚੰਗਾ ਦੱਸਦਿਆਂ ਹੋਇਆਂ ਇਸ ਤਰ੍ਹਾਂ ਸਿੱਖ ਨੁਕਤਾ ਨਿਗਾਹ ਪੇਸ਼ ਕੀਤਾ। ਖਾਸ ਕਰਕੇ ਖਾਲਸਾ ਜੀ ਨੂੰ ਤਾਂ ਇਸ ਰਾਜ ਤੋਂ ਬਹੁਤ ਹੀ ਲਾਭ ਪਹੁੰਚਿਆ ਹੈ, ਜਿਸ ਤੇ ਚੀਨ, ਮਲਾਇਆ, ਮਾਂਡਲੇ, ਕਾਲੇ ਪਾਣੀ ਅਤੇ ਅਫਰੀਕਾ ਜੈਸੇ ਜੰਗਲੀ ਦੇਸ਼ਾਂ ਵਿੱਚ ਖਾਲਸਾ ਜੀ ਦੇ ਗੁਰਦੁਆਰੇ ਬਣੇ ਹਨ ਅਤੇ ਗੁਰਪੁਰਬ ਮਨਾਏ ਜਾਂਦੇ ਹਨ। ਇਹ ਸਭ ਸਿੱਖ ਫੌਜ ਹੀ ਕਰ ਰਹੇ ਹਨ, ਜਿਸ ਨੂੰ ਵੇਖ ਕੇ ਗਿਆਨੀ ਦਿੱਤ ਸਿੰਘ ਜੀ ਗਦ-ਗਦ ਹੋ ਕੇ ਕਿਹਾ ਕਰਦੇ ਸਨ ਕਿ ਜਦ ਸਾਡੇ ਫੌਜੀ ਵੀਰ ਚੜ੍ਹਦੀਆਂ ਕਲਾਂ ਵਿੱਚ ਹਨ, ਸਿੱਖ ਕੌਮ ਜ਼ਰੂਰ ਚੜ੍ਹਦੀਆਂ ਕਲਾਂ ਵਿੱਚ ਜਾਵੇਗੀ। ਨੰਬਰ 12 ਸਿੰਘ ਸਭੀਆਂ ਦੀ ਪਾਰਟੀਬਾਜ਼ੀ। ਇਸ ਤੋਂ ਪਹਿਲਾਂ ਅਸੀਂ ਸਿੰਘ ਸਭਾ ਲਹਿਰ ਦੇ ਚਾਨਣ ਪਾਉਂਦੇ ਹੋਏ ਅੰਮ੍ਰਿਤਸਰ ਤੇ ਲਾਹੌਰ ਦੀਵਾਨ ਦੇ ਝਗੜੇ ਦਾ ਵਰਣਨ ਕਰ ਰਹੇ ਹਾਂ। ਪਾਠਕ ਸਮਝ ਗਏ ਹੋਣਗੇ ਕਿ ਭਾਈ ਗੁਰਮੁਖ ਸਿੰਘ ਜੀ ਨੂੰ ਪੰਥ ਦਾ ਤਨਖਾਹੀਆ ਕਿਉਂ ਕਰਾਰ ਦਿੱਤਾ ਗਿਆ ਅਤੇ ਗਿਆਨੀ ਦਿੱਤ ਸਿੰਘ ਵਿਰੁੱਧ ਮੁਕੱਦਮਾ ਕਿਉਂ ਚਲਾਇਆ ਗਿਆ। ਆਓ ਅਸੀਂ ਹੁਣ ਤੁਹਾਨੂੰ ਇਸ ਝਗੜੇ ਦੇ ਕਾਰਨਾਂ ਤੋਂ ਜਾਣੂ ਕਰਵਾਈਏ। ਅੰਮ੍ਰਿਤਸਰ ਦੇ ਦੀਵਾਨ ਦੇ ਪ੍ਰਧਾਨ ਬਾਬਾ ਖੇਮ ਸਿੰਘ ਜੀ ਬੇਦੀ ਸਨ, ਜੋ ਚਾਹੁੰਦੇ ਸਨ ਕਿ ਉਹਨਾਂ ਦਾ ਗੁਰੂ ਡੰਮ ਚਾਲੂ ਰਹੇ। ਉਹਨਾਂ ਅਤੇ ਹੋਰ ਸੋਢੀ ਤੇ ਬੇਦੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੱਦੀਆਂ ਲਾ ਕੇ ਬੈਠਣ ਤੇ ਪੂਜਾ ਕਰਵਾਉਣ ਦੀ ਇੱਛਾ ਤਦ ਹੀ ਪੂਰੀ ਹੋ ਸਕਦੀ ਸੀ ਜੇਕਰ ਸਿੱਖ ਗੁਰੂ ਮਰਿਆਦਾ ਤੇ ਨਾ ਚੱਲਣ। ਅਤੇ ਇਹ ਕਦੋਂ ਸੰਭਵ ਸੀ ਕਿ ਹਿੰਦੂ ਸਿੱਖ ਮਿਲਗੋਭਾ ਹੋਏ ਰਹਿਣ। ਇਹੋ ਕਾਰਨ ਸੀ ਉਹ ਸਿੰਘ ਸਭਾ ਦੇ ਅੰਦਰ ਆ ਕੇ ਇਸ ਨੂੰ ਇਨਕਲਾਬ ਪੈਦਾ ਕਰਨ ਤੋਂ ਰੋਕਣਾ ਚਾਹੁੰਦੇ ਸਨ। ਰਾਜਾ ਸਾਹਿਬ ਫਰੀਦਕੋਟ, ਸ੍ਰੀ ਬਿਕਰਮ ਸਿੰਘ ਅਤੇ ਕੁਝ ਵੱਡੇ ਦੋ ਸਰਦਾਰ ਉਹਨਾਂ ਦੇ ਅਸਰ ਹੇਠ ਸਨ। ਦੂਜੇ ਪਾਸੇ ਲਾਹੌਰ ਦੀਵਾਨ ਦੇ ਸੱਜਣ ਇਹ ਗੁਰੂ ਡੰਮ ਖਤਮ ਕਰਨ ਪਰ ਤੁਲੇ ਹੋਏ ਸਨ। ਇਸ ਦੇ ਨਾਲ ਹੀ ਉਹ ਹਿੰਦੂਆਂ ਅਤੇ ਸਿੱਖਾਂ ਨੂੰ ਵੱਖ-ਵੱਖ ਕਰਨਾ ਚਾਹੁੰਦੇ ਸਨ। ਰਸਮਾਂ ਰੀਤਾਂ ਗੁਰਮਤਿ ਅਨੁਸਾਰ ਦੇ ਹੱਕ ਵਿੱਚ ਸਨ ਅਤੇ ਮੂਰਤੀ ਪੂਜਾ, ਬੁੱਤ ਪੂਜਾ ਖਤਮ ਕਰਨ ਦੇ ਨਾਲ ਹੀ ਸਿੱਖਾਂ ਵਿੱਚ ਛੂਆ-ਛੂਤ ਅਤੇ ਊਚ ਨੀਚ ਨੂੰ ਮੁਕਾਉਣਾ ਉਹਨਾਂ ਦੇ ਪ੍ਰੋਗਰਾਮ ਦਾ ਇੱਕ ਮੁੱਖ ਹਿੱਸਾ ਸੀ, ਜਿਸ ਨੂੰ ਬਾਬਾ ਖੇਮ ਸਿੰਘ ਜੀ ਬੇਦੀ ਅਤੇ ਉਹਨਾਂ ਦੇ ਸਾਥੀ ਪਸੰਦ ਨਹੀਂ ਸਨ ਕਰਦੇ। 1986 ਤੱਕ ਤਾਂ ਇਹ ਖਿਚੜੀ ਅੰਦਰ ਹੀ ਅੰਦਰ ਰਿੱਝਦੀ ਰਹੀ। ਉਸ ਦੇ ਪਿੱਛੋਂ ਇਹ ਝਗੜਾ ਬਾਹਰ ਆ ਗਿਆ। ਬਾਬਾ ਖੇਮ ਸਿੰਘ ਬੇਦੀ ਅਤੇ ਉਹਨਾਂ ਦੇ ਸਾਥੀਆਂ ਦੀਆਂ ਨਜ਼ਰਾਂ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਧੇਰੇ ਖਟਕਦੇ ਸਨ ਅਤੇ ਇਹਨਾਂ ਦੋਹਾਂ ਨੂੰ ਬਦਨਾਮ ਕਰਨ ਲਈ ਉਹ ਸਭ ਜਾਇਜ਼ ਨਾਜਾਇਜ਼ ਹਥਿਆਰਾਂ ਨੂੰ ਵਰਤਦੇ ਸਨ। ਪ੍ਰੋਫੈਸਰ ਗੁਰਮੁਖ ਸਿੰਘ ਜੀ ਕੋਈ ਅਮੀਰ ਖਾਨਦਾਨ ਨਾਲ ਸੰਬੰਧ ਨਹੀਂ ਸੀ ਰੱਖਦੇ। ਉਹਨਾਂ ਦਾ ਪਿਤਾ ਕਪੂਰਥਲਾ ਦੇ ਕਮਰ ਬਿਕਰਮ ਸਿੰਘ ਪਾਸ ਲਾਂਗਰੀ ਦਾ ਕੰਮ ਕਰਦਾ ਸੀ। ਗੁਰਮੁਖ ਸਿੰਘ ਨੂੰ ਬੜਾ ਹੋਣਹਾਰ ਮੁੰਡਾ ਵੇਖ ਕੇ ਕਮਰ ਸਾਹਿਬ ਉਸ 'ਤੇ ਰੀਝ ਗਏ ਅਤੇ ਉਸ ਦੀ ਵਿੱਦਿਆ ਦਾ ਸਾਰਾ ਭਾਰ ਆਪਣੇ ਉੱਪਰ ਲੈ ਲਿਆ, ਜਿਸ ਕਰਕੇ ਉਹਨਾਂ ਨੇ ਚੰਗੀ ਵਿੱਦਿਆ ਪ੍ਰਾਪਤ ਕਰ ਲਈ। ਇਤਨਾ ਪੜ੍ਹਿਆ ਲਿਖਿਆ ਆਦਮੀ ਉਸੇ ਸਮੇਂ ਚੰਗੀ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦਾ ਸੀ, ਪਰੰਤੂ ਗੁਰਮੁਖ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਪੰਥ ਸੇਵਾ ਵੱਲ ਸੀ। ਇਸ ਲਈ ਉਸ ਨੇ ਲਾਹੌਰ ਆ ਡੇਰੇ ਲਾਏ ਅਤੇ ਓਰੀਐਂਟਲ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗ ਕੇ ਆਪਣਾ ਵਿਹਲਾ ਸਮਾਂ ਪੰਥ ਵਿੱਚ ਸੇਵਾ ਦੇਣ ਵਿੱਚ ਲੱਗੇ। ਇੱਥੇ ਹੀ ਗਿਆਨੀ ਦਿੱਤ ਸਿੰਘ ਜੀ ਨਾਲ ਉਹਨਾਂ ਦਾ ਮਿਲਾਪ ਹੋਇਆ ਅਤੇ ਦੋਵੇਂ ਮਿਲ ਕੇ ਸਿੱਖੀ ਦੀ ਸੇਵਾ ਵਿੱਚ ਲੱਗ ਗਏ। ਦੋਵੇਂ ਵਿਦਵਾਨ ਸਨ, ਦੋਵੇਂ ਚੰਗੇ ਵਿਖਿਆਨਦਾਤਾ ਸਨ। ਛੇਤੀ ਹੀ ਉਹ ਪ੍ਰੈਸ ਅਤੇ ਪਲੇਟਫਾਰਮ ਦੁਆਰਾ ਸਿੱਖੀ ਮੰਡਲ ਵਿੱਚ ਛਾ ਗਏ। ਕਮਰ ਬਿਕਰਮ ਸਿੰਘ ਜੀ ਅਤੇ ਸਰਦਾਰ ਸਰ ਅਤਰ ਸਿੰਘ ਜੀ ਭਦੌੜ ਜਿਹੇ ਸਰਦਾਰ ਇਹਨਾਂ ਦੀ ਪਿੱਠ ਪਰ ਸਨ। ਇਸ ਲਈ ਇਹ ਤੇਜ਼ੀ ਨਾਲ ਆਪਣੇ ਨਿਸ਼ਾਨੇ ਵੱਲ ਵਧਣ ਲੱਗੇ। ਬਾਬਾ ਖੇਮ ਸਿੰਘ ਜੀ ਬੇਦੀ ਅਤੇ ਉਹਨਾਂ ਦੇ ਸਾਥੀ ਇਹ ਗੱਲ ਨਾ ਸਹਾ ਸਕੇ ਸਿੱਖਾਂ ਦੀ ਲੀਡਰੀ ਉਹਨਾਂ ਲੋਕਾਂ ਦੇ ਹੱਥ ਵਿੱਚ ਹੋਵੇ ਕਿ ਜੋ ਸਰਦਾਰਾਂ ਰਈਸਾਂ ਵਿੱਚੋਂ ਨਾ ਹੋਣ। ਇਸ ਦੇ ਨਾਲ ਹੀ ਉਹਨਾਂ ਨੂੰ ਇਹਨਾਂ ਦੀ ਤਾਕਤ ਵਧਣ ਨਾਲ ਸੋਢੀਆਂ ਤੇ ਬੇਦੀਆਂ ਦੀ ਚੜ੍ਹਤ ਮੱਠੀ ਹੋਣ ਦਾ ਵੀ ਡਰ ਸੀ। ਇਸ ਲਈ ਉਹ ਪੂਰੀ ਤਾਕਤ ਨਾਲ ਇਹਨਾਂ ਨੂੰ ਨੀਵਾਂ ਵਿਖਾਉਣ ਲਈ ਲੱਗ ਪਏ। ਇਹਨਾਂ ਵਿਰੁੱਧ ਤਰ੍ਹਾਂ ਦੇ ਦੂਸ਼ਣ ਲਾਏ ਜਾਣ ਲੱਗੇ ਅਤੇ ਗਾਲਾਂ ਦਿੱਤੀਆਂ ਜਾਣ ਲੱਗੀਆਂ। ਗਿਆਨੀ ਦਿੱਤ ਸਿੰਘ ਜੀ ਨੂੰ ਚਮਿਆਰ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਲਾਂਗਰੀ ਦਾ ਤੁਕ ਆਖਿਆ ਜਾਣ ਲੱਗਿਆ। ਕਈ ਵਾਰ ਤਾਂ ਲਾਹੌਰ ਵਿੱਚ ਸਾਜ਼ਿਸ਼ ਰਚ ਕੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਜਾਨ ਲੈਣ ਦਾ ਵੀ ਯਤਨ ਕੀਤਾ ਗਿਆ, ਜਦ ਕਿ ਉਹਨਾਂ ਨੂੰ ਭੱਜ ਕੇ ਜਲੰਧਰ ਵਿੱਚ ਆਪਣੇ ਮਿਹਰਬਾਨ ਕਮਰ ਬਿਕਰਮ ਸਿੰਘ ਦੇ ਮਕਾਨ 'ਤੇ ਪਨਾਹ ਲੈਣੀ ਪਈ। ਇਹ ਸੀ ਝਗੜਾ ਅਤੇ ਇਸ ਦੇ ਕਾਰਨ ਇਸ ਵਿੱਚ ਇੱਕ ਵਾਰ ਵਿਰੋਧੀ ਧੜਾ ਸਫਲ ਹੁੰਦਾ ਹੋਇਆ ਵਿਖਾਈ ਦੇਣ ਲੱਗਾ। 1887 ਈਸਵੀ ਜਦ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਛੂਤ-ਛਾਤ ਦੂਰ ਕਰਨ ਵਿਰੁੱਧ ਛੇਕਿਆ ਗਿਆ ਅਤੇ ਗਿਆਨੀ ਦਿੱਤ ਸਿੰਘ ਜੀ ਵਿਰੁੱਧ ਮੁਕੱਦਮਾ ਖੜ੍ਹਾ ਕੀਤਾ ਗਿਆ ਤਾਂ ਉਹਨਾਂ ਦੇ ਪ੍ਰੋਗਰਾਮ ਨੂੰ ਭਾਰੀ ਸੱਟ ਵੱਜੀ। ਪ੍ਰੈਸ ਤੇ ਅਖਬਾਰ ਬੰਦ ਕਰਨੇ ਪਏ। ਪ੍ਰੋਫੈਸਰ ਗੁਰਮੁਖ ਸਿੰਘ ਦਾ ਸੁਧਾਰਕ ਰਸਾਲਾ ਵੀ ਬੰਦ ਹੋ ਗਿਆ। ਇਸ ਸਮੇਂ
ਇਉਂ ਮਾਲੂਮ ਹੁੰਦਾ ਸੀ ਕਿ ਲਾਹੌਰ ਦੀਵਾਨ ਮੁੜ ਸਿਰ ਨਹੀਂ ਚੁੱਕ ਸਕੇਗਾ। ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਮੁੜ ਅੱਗੇ ਆ ਕੇ ਕੰਮ ਨਹੀਂ ਕਰ ਸਕਣਗੇ। ਇਸ ਝਗੜੇ ਨਾਲ ਖਾਲਸਾ ਕਾਲਜ ਸਕੀਮ ਨੂੰ ਅਮਲੀ ਰੂਪ ਦੇਣ ਦਾ ਕੰਮ ਵੀ ਪਿੱਛੇ ਪੈ ਗਿਆ, ਪਰੰਤੂ ਇਹ ਹਾਲਤ ਬਹੁਤ ਚਿਰ ਤੱਕ ਨਹੀਂ ਰਹੀ। ਸਰਦਾਰ ਸਰ ਅਤਰ ਸਿੰਘ ਭਦੌੜ ਅਤੇ ਭਾਈ ਕਾਹਨ ਸਿੰਘ ਨਾਭੇ ਦੀ ਸਹਾਇਤਾ ਨਾਲ ਨਾਭਾ ਦਰਬਾਰ ਤੋਂ ਸਹਾਇਤਾ ਪ੍ਰਾਪਤ ਕਰਕੇ ਦੋਵੇਂ ਸਾਥੀ ਮੁੜ ਆਪਣੇ ਨਿਸ਼ਾਨੇ ਵੱਲ ਅੱਗੇ ਵਧਣ ਲੱਗੇ। ਆਖਰਕਾਰ ਉਹ ਆਪਣੇ ਮਨੋਰਥਾਂ ਵਿੱਚ ਬਹੁਤ ਹੱਦ ਤੱਕ ਸਫਲ ਹੋਏ। ਦੂਜਾ ਧੜਾ ਪਿੱਛੇ ਹਟ ਗਿਆ ਅਤੇ ਖਾਲਸਾ ਕਾਲਜ ਬਣਾਉਣ ਦਾ ਸਿਹਰਾ ਵੀ ਲਾਹੌਰ ਦੀਵਾਨ ਦੇ ਸਿਰ ਹੀ ਵੱਜਾ। ਸੋ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਗਿਆਨੀ ਦਿੱਤ ਸਿੰਘ ਜੀ ਨੇ ਬੜੇ ਵਿਖੜੇ ਸਮੇਂ ਵਿੱਚ ਪੰਥਕ ਸੇਵਾ ਦਾ ਬੀੜਾ ਚੁੱਕਿਆ ਅਤੇ ਕੋਈ ਵੀ ਰੋਕ ਉਹਨਾਂ ਦੇ ਪੱਕੇ ਇਰਾਦੇ ਨੂੰ ਰੋਕ ਨਾ ਸਕੀ ਅਤੇ ਉਹ ਮੁਸੀਬਤ ਦਾ ਟਾਕਰਾ ਖਿੜੇ ਮੱਥੇ ਕਰਦੇ ਰਹੇ ਅਤੇ ਅੰਤ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ।